कर सिफत तुम्हारी, आप लेहो तुम कथा सुधारी। हम ना सकत कर सिफत तुम्हारी, आप लेहो तुम कथा सुधारी। सतनाम श्री वाहिगुरु साहिब जी। अंत काल मह बनो सहाई, जमदूतन ते लेहो बचाई। अबिलाखत बहु दिन ते दर्शन, आज भाग बाढ़ते भा परसन। अंत काल में बनो सहाई, वाहिगुरु जी का खालसा वाहिगुरु जी की फतेह। गरीब नवाज अंतरजामी दसां पातशाहियां दी पवित्र जोत गुरगद्दी ते सुभाएमान भगत वचल अंतरजामी गरीब नवाज सतगुरु धन धन श्री गुरु ग्रंथ साहिब जी दी पवित्र पावन हजूरी अंदर सोढ़ी सुल्तान धन धन रामदास गुर जिन सिरिया तिनै सवारिया, पूरी होई करामात आप सिरजन हारै धारिया। ऐसे गरीब नवाज चौथे गुरदेव धन धन श्री गुरु रामदास साहिब जी दे परम पवित्र अस्थान सचखंड श्री हरमंदर साहिब, श्री दरबार साहिब, श्री अमृतसर साहिब दी पवित्र बारगाह दे अंदर सतगुरु साहिब दे दर्शन दीदार करन पहुँचे गुरु प्यारी साध संगत जी। पंचम पिता शहीदां दे सरताज धन धन श्री गुरु अर्जन देव साहिब जी दे पावन अस्थान गुरुद्वारा श्री मंजी साहिब दीवान अस्थान ते जो दिन दे पिछले पैर दे सुंदर विशेष दीवान सजदे ने, अज भी गुरु महाराज दी किरपा सदका सुंदर दीवान सजे ते सजे हुए दीवान अंदर सब तो पहला गुरु महाराज जी ने प्रकाशमान होके सानू कलयुगी जीवां नू दर्शन दीदारे बख्श के किरतार्थ किया। उपरंत गुरु घर दे महान कीर्तनीय गुरमुख सिखां वल्लों हजूरी रागी सचखंड श्री दरबार साहिब जी वल्लों अमृत गुरबाणी का कीर्तन सरवण कराया गया। हुण वक्त है गुर इतिहास की कथा का, जो महाकवि चूड़ामन कवि भाई साहब ज्ञानी संतोख सिंह जी तिन्हां द्वारा लिखिया होया श्री गुरप्रताप सूरज ग्रंथ विचों जो गुर इतिहास की कथा का ये वक्त है। आप जी ने कथा सरवण करदियां कल दे प्रसंग विच श्रवण कीता सी कि छेवें पातशाह छठम पीर बैठा गुर भारी, अर्जुन काया पलट कै मूर्त हर गोबिंद सवारी। ऐसे दीन दयाल सतगुरु मीरी पीरी दे मालिक आगरे दी धरती ते ने ते सतगुरु पातशाह भी दे नाल बादशाह जहांगीर है, जो उस वक्त मुगलिया सल्तनत दा बादशाह है। इधर सच्चे पातशाह धन गुरु हरगोबिंद साहब
ਉਹਨਾਂ ਦੇ ਨਾਲ ਬਾਦਸ਼ਾਹ ਚੱਲ ਰਿਹਾ ਹੈ, ਨਾਲ ਨਾਲ ਚੱਲਦਾ ਹੈ। ਆਗਰੇ ਦੀ ਧਰਤੀ ਦਾ ਪਵਿੱਤਰ ਪ੍ਰਸੰਗ ਚੱਲ ਰਿਹਾ ਹੈ। ਸਾਧ ਸੰਗਤ, ਜਦੋਂ ਸਤਿਗੁਰੂ ਸਾਹਿਬ ਜੀ ਤੇ ਬਾਦਸ਼ਾਹ ਸ਼ਿਕਾਰ ਨੂੰ ਚੱਲੇ ਨੇ ਤੇ ਦਿਨ ਵੇਲੇ ਗਰਮੀ ਸਿਖਰ ਤੇ ਸੀ, ਤੇ ਗਰਮੀ ਤੋਂ ਬਚਣ ਲਈ ਬਾਦਸ਼ਾਹ ਇੱਕ ਤੰਬੂ ਥੱਲੇ, ਆਪਣੇ ਇੱਕ ਰੁੱਖ ਥੱਲੇ, ਇੱਧਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੀ ਇੱਕ ਸੰਘਣੀ ਛਾਂ ਵਾਲਾ ਰੁੱਖ ਵੇਖ ਕੇ ਉੱਥੇ ਮੇਰੇ ਮਾਲਕ ਬੈਠੇ ਨੇ, ਕਿਉਂਕਿ ਗਰਮੀ ਦੀ ਤਪਸ਼ ਤੋਂ ਥੋੜਾ ਸਮਾਂ ਬਚਾ ਕਰਨ ਵਾਸਤੇ ਸਤਿਗੁਰੂ ਸਾਹਿਬ ਜੀ ਰੁੱਖ ਦੀ ਛਾਵੇਂ ਬੈਠ ਗਏ। ਤੇ ਆਗਰੇ ਵਿੱਚ ਜਦੋਂ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ, ਇੱਕ ਘਾਹ ਖੋਤਨ ਵਾਲਾ ਗੁਰਸਿੱਖ ਨੂੰ ਪਤਾ ਲੱਗਾ, ਉਸਨੇ ਘਾਹ ਦੀ ਪੰਡ ਇੱਕ ਵੇਚੀ ਹੈ ਤੇ ਉਹਦਾ ਟਕਾ ਵਟਿਆ। ਆਪਾਂ ਇਤਿਹਾਸਕ ਲਿਖਤਾਂ ਵਿੱਚੋਂ ਇਹ ਵੀ ਪੜ੍ਹਦੇ ਹਾਂ ਕਿ ਇੱਕ ਘਾਹ ਦੀ ਪੰਡ ਉਸਨੇ ਗੁਰੂ ਜੀ ਦੇ ਘੋੜਿਆਂ ਵਾਸਤੇ ਲਈ। ਉਹ ਸਿੱਖ ਜਦੋਂ ਆਇਆ ਨਾ ਜੀ, ਤੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਿਆਂ ਦਰਸ਼ਨ ਕਰਨ ਵਾਸਤੇ ਮਨ ਵਿੱਚ ਬੜੀ ਖੁਸ਼ੀ ਹੈ, ਜਾਂ ਇੰਜ ਕਹਿ ਲਓ ਖੁਸ਼ੀ ਠਾਠਾਂ ਮਾਰਦੀ ਅੰਦਰ ਵੀ ਅੱਜ ਕਰਮਾਂ ਵਾਲਾ ਦਿਨ ਹੈ। ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਅੱਜ ਦਰਸ਼ਨ ਦੀਦਾਰ ਕਰਨੇ। ਬੜੀ ਮਨ ਵਿੱਚ ਪ੍ਰਸੰਨਤਾ ਹੈ। ਤੇ ਜਦੋਂ ਆਇਆ ਨਾ ਜੀ, ਬਾਦਸ਼ਾਹ ਜਿਸ ਰੁੱਖ ਥੱਲੇ ਬੈਠਾ ਸੀ, ਸਿੱਖ ਪਹਿਲਾਂ ਉੱਥੇ ਪਹੁੰਚ ਗਿਆ ਤੇ ਜਿਹੜਾ ਟਕਾ ਵਟਿਆ ਸੀ ਘਾਹ ਦੀ ਪੰਡ ਵੇਚ ਕੇ, ਤੇ ਟਕਾ ਰੱਖ ਕੇ ਸਿੱਖ ਨੇ ਅਰਦਾਸ ਕਰਕੇ ਕਿਹਾ, ਕਿਉਂਕਿ ਪਹਿਲੀ ਵਾਰ ਮਿਲਣਾ ਤੇ ਪਤਾ ਨਹੀਂ ਵੀ ਇਹ ਸੱਚੇ ਪਾਤਸ਼ਾਹ ਨੇ। ਕੇਵਲ ਉਹਦੇ ਲਾਗੇ, ਬਾਦਸ਼ਾਹ ਦੇ ਲਾਗੇ ਕੋਈ ਸਿਪਾਹੀ ਆਦਿਕ ਬੈਠੇ ਵੇਖ ਕੇ, ਤੇ ਗੁਰੂ ਜੀ ਥੋੜੀ ਦੂਰੀ ਤੇ ਸਨ। ਜਦੋਂ ਸਿੱਖ ਆਇਆ ਤੇ ਅਰਦਾਸ ਕੀਤੀ, ਦਾਤਾ ਤੁਹਾਡਾ ਦਿੱਤਾ ਬਹੁਤ ਕੁਝ ਹੈ, ਪਰ ਪਰਲੋਕ ਦਾ ਸੁੱਖ ਬਖਸ਼ਿਓ, ਪਰਲੋਕ ਵਿੱਚ ਮੇਰੀ ਸਹਾਇਤਾ ਕਰਿਓ, ਅੰਦਰ ਦਾ ਸੁੱਖ ਬਖਸ਼ਿਓ, ਅੰਦਰ ਦਾ ਟਿਕਾ ਬਖਸ਼ਿਓ। ਸਿੱਖ ਨੇ ਬੜੀ ਭਾਵਨਾ ਨਾਲ ਮੰਗ ਕੀਤੀ ਤੇ ਬਾਦਸ਼ਾਹ ਸੋਚਦਾ ਹੈ, ਜਿਹੜੀ ਮੰਗ ਸਿੱਖ ਮੰਗਦਾ, ਇਹ ਮੰਗ ਤਾਂ ਗੁਰੂ ਸਾਹਿਬ ਦੇ ਸਕਦੇ ਨੇ। ਮੈਂ ਐਸ ਦੁਨੀਆ ਦਾ ਸੁੱਖ ਤੇ ਬਖਸ਼ ਸਕਦਾ ਹਾਂ, ਪਰ ਇਹ ਤੇ ਪਰਲੋਕ ਦੇ ਸੁੱਖ ਦੀ ਮੰਗ ਕਰਦੇ ਨੇ। ਉਹ ਸੁੱਖ ਤਾਂ ਮੈਂ ਨਹੀਂ, ਇਹ ਤੇ ਗੁਰੂ ਹਰਗੋਬਿੰਦ ਸਾਹਿਬ ਹੀ ਬਖਸ਼ ਸਕਦੇ ਨੇ। ਕੇਵਲ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਸਮਝ ਕੇ ਆ ਗਿਆ ਹੈ। ਤੇ ਬਾਦਸ਼ਾਹ ਕਹਿਣ ਲੱਗਾ ਵੀ ਕੁਝ ਹੋਰ ਮੰਗ। ਸਿੱਖ ਨੇ ਕਿਹਾ, ਜੀ ਤੁਹਾਡੇ ਨਾਮ ਜਪਣ ਦੇ ਨਾਲ, ਬਖਸ਼ੇ ਹੋਏ ਵਾਹਿਗੁਰੂ ਨਾਮ ਦੀ ਕਮਾਈ ਨਾਲ ਅੰਦਰ ਕਿਸੇ ਪਦਾਰਥ ਦੀ ਭੁੱਖ ਹੀ ਨਹੀਂ। ਮੈਂ ਮੰਗਾ ਕੀ? ਮੈਂ ਤਾਂ ਕੇਵਲ ਦਾਤਾ ਤੁਹਾਡੇ ਦਰਸ਼ਨਾਂ ਦੀ ਕਾਮਨਾ ਕਰਦਾ ਹਾਂ ਵੀ ਪਰਲੋਕ ਵਿੱਚ ਮੇਰੀ ਸਹਾਇਤਾ ਕਰਿਓ, ਮੇਰੀ ਬਾਹ ਪਕੜਿਓ। ਮੈਂ ਆਪ ਜੀ ਦੇ ਪਾਸੋਂ ਕੋਈ ਦੁਨੀਆ ਦਾ ਪਦਾਰਥ ਨਹੀਂ, ਕੇਵਲ ਅੰਦਰ ਦਾ ਟਿਕਾ ਮੰਗਦਾ, ਸੁੱਖ ਮੰਗਦਾ। ਪਰਲੋਕ ਵਿੱਚ ਮੇਰੀ ਪਾਤਸ਼ਾਹ ਸਹਾਇਤਾ ਕਰਿਓ। ਬਾਦਸ਼ਾਹ ਨੇ ਫਿਰ ਕਹਿ ਦਿੱਤਾ ਵੀ ਗੁਰਸਿੱਖਾ, ਤੂੰ ਮੈਨੂੰ ਗੁਰੂ ਸਮਝ ਕੇ ਇੱਥੇ ਪਹੁੰਚ ਗਿਆ ਹੈ। ਅਸਲ ਵਿੱਚ ਜਿਨ੍ਹਾਂ ਦੀ ਇਹ ਮੰਗ ਹੈ ਨਾ, ਜਿਨ੍ਹਾਂ ਮੰਗ ਪੂਰੀ ਕਰਨੀ ਹੈ, ਉਹ ਮੈਂ ਨਹੀਂ। ਉਹਨਾਂ ਦਾ ਅਗਲੇ ਪਾਸੇ ਅਸਥਾਨ ਹੈ, ਉਹ ਇੱਕ ਰੁੱਖ ਥੱਲੇ ਬੈਠੇ ਨੇ। ਜੇ ਤੂੰ ਇਹ ਕਾਮਨਾ ਕਰਦਾ ਹੈ ਤੇ ਫਿਰ ਤੈਨੂੰ ਉਹਨਾਂ ਦੇ ਚਰਨਾਂ ਤੇ ਜਾ ਕੇ ਮੰਗ ਮੰਗਣੀ ਪਵੇਗੀ। ਮੈਂ ਤੇ ਦੁਨੀਆ ਦਾ ਕੋਈ ਪਦਾਰਥ ਦੇ ਸਕਦਾ, ਪਰਲੋਕ ਦਾ ਸੁੱਖ ਮੇਰੇ ਵੱਸ ਵਿੱਚ ਵੀ ਨਹੀਂ। ਤੂੰ ਭੁਲੇਖੇ ਨਾਲ ਮੇਰੇ ਕੋਲ ਚੱਲ ਕੇ ਆਇਆ। ਸਿੱਖ ਅੰਦਰ ਜੁਰਤ ਕਿੰਨੀ ਪੈਦਾ ਹੋ ਚੁੱਕੀ ਹੈ।
क्योंकि गुरु हरगोबिंद साहब तकर बड़ी अंदर दी मजबूती बन गई। सिख ने झट जिहड़ा टका रखिया सी ना गुरु जान के भुलेखे करके वो टका चुक लिया ते बादशाह ने बांह तो पकड़ के कहा सी भेटा रख के चुकी दी नहीं। सिख ने आख्या जे तुसी गुरु हरगोबिंद साहब नहीं फिर ये भेटा भी तुहाडी नहीं, ये ते भेटा ही गुरु हरगोबिंद साहब दी है। उन्हां दे चरनां ते जाके मैं सीस रख के कुछ मंग मंगनी है। ये भेटा है ही गुरु हरगोबिंद साहब वास्ते है। जदों साध संगत बादशाह ने कहा भी भेटा नहीं चुकी दी, सिख ने कहा जी की तुहाडे राज विच लोधी राज दा सिक्का चल सकदा है? ते बादशाह जहांगीर कहन लगा नहीं, मेरे राज विच मेरा ही सिक्का चलेगा, मेरे नाम दा, लोधी राज दा नहीं। ते सिख ने झट कहा जे तुहाडे दुनियादारी राज विच लोधी राज दा सिक्का नहीं ते मेरे गुरु हरगोबिंद साहब दे चरनां विच फिर होर मोहरा नहीं, उत्थे ते प्यार दा टका ही चलेगा। बादशाह ने कह दिता सी भी जे तू एक टका ही है ना ते मोहरा लै जा सरकारी खजाने विचों, एक अमीर सिख बन के गुरु हरगोबिंद साहब दे दर्शन कर। ते सिख ने कहा जे तुहाडे राज विच होर सिक्का नहीं ते मेरे गुरु हरगोबिंद साहब दे चरनां विच तुहाडियां मोहरां नहीं, उत्थे ते मेरे प्यार दा टका ही चलेगा। सिख ने टका चुकिया ते जदों गुरु हरगोबिंद साहब दे चरनां ते आण के टका रखिया, गुरु जी ने लोक परलोक दा सुख बख्श के निहाल कर दिता। बादशाह भी दब्बे पैरी आया सी ते क्या जी लोक परलोक दा सुख बड़ा सस्ता रखिया जे। सतगुरु कहन लगे बादशाह किवें? कहन लगा सिख ने टका रखिया है, तुहाडे चरनां विच तुसी किन्ना कुछ बख्श दिता है। ते पातशाह कहन लगे बादशाह इंज ना कर, तू किन्ना कुछ देना चाहया पर सिख ने सब कुछ ठुकरा दिता गुरु दे भरोसे ते। ऐसे सिदक वाले गुरसिखां दे सिदक नूं भाग लगदा है। जदों भाग लगदा है फिर गुरु भी सिख तो कुछ लुकांदे नहीं। तू किन्ना कुछ देना चाहया पर सिख ने नहीं प्रवान किया। ये सिख दे सिदक नूं भाग लगा है। ते धन गुरु हरगोबिंद साहब ने कहा सिखा तेरा लोक भी सवरिया ते तेरा परलोक भी सवरिया। ये हुण कथा शुरू होण लगी है। साध संगत इत्थों तक ही आपां प्रसंग पढ़िया सी। बादशाह कोलों सिख चल पिया है ते जिवें गुरु हरगोबिंद साहब दे कोल पहुँचदा है फिर होई वार्ता सुनांदा है, वो आपां सरवण करांगे। एक बार प्यार नाल सारी संगत रसना पवित्र करो, चढ़दी कला नाल सज के बैठो ते रसना पवित्र करदियां सुरती करके कहो सारे रसना पवित्र करो ते उचारण करो जी सतनाम श्री वाहिगुरु साहिब जी। सतनाम श्री वाहिगुरु साहिब जी। चौपाई अंत काल में बनो सहाई। ते गुरु हरगोबिंद साहब सच्चे पातशाह दे पास गुरसिख पहुंच गया है। बादशाह कोलों हो के सतगुरां दी हजूरी विच पहुंच के ते बेनती की करदा है अंत काल अंत वेले सतगुरु पातशाह तुसी मेरे सहायक बनो, मेरे मददगार बनो। ते साध संगत टका रख के मालक जी दे चरनां विच अर्ज गुजार के कहन लगा मैं गुरु साहब तुहाडी शरण विच आया। साध संगत जिहड़ा टका है ना ये चांदी दे सिक्के दा नाम है टका, क्योंकि 40 टके होण ते 1 रुपया बनदा है।
40 ਟਕਿਆਂ ਦਾ 1 ਰੁਪਈਆ ਹੁੰਦਾ ਸੀ ਉਸ ਸਮੇਂ, ਤੇ ਚਾਂਦੀ ਦੇ ਸਿੱਕੇ ਦਾ ਨਾਮ ਸੀ ਟਕਾ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਇਹ ਬੇਨਤੀ ਕੀਤੀ ਤੇ ਆਖਿਆ ਕਿ ਜੀ ਅੰਤ ਕਾਲ ਵੇਲੇ, ਅੰਤ ਵੇਲੇ ਸੱਚੇ ਪਾਤਸ਼ਾਹ ਮੇਰੀ ਸਹਾਇਤਾ ਕਰਿਓ ਜੀ। ਜਮਦੂਤਨ ਤੇ ਲਿਹੋ ਬਚਾਈ। ਤੇ ਮੌਤ ਦੇ ਜਿਹੜਾ ਭੈ ਆ ਨਾ, ਜਮ ਦੂਤਾਂ ਆਦਿਕ ਤੋਂ ਮੇਰੇ ਤੇ ਕਿਰਪਾ ਕਰਕੇ ਮੈਨੂੰ ਬਚਾ ਲਿਓ ਜੀ। ਅਬਲਾਖਤ ਬਹੁ ਦਿਨ ਤੇ ਦਰਸ਼ਨ। ਸਿੱਖ ਨੇ ਪਹੁੰਚ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਦਾਤਾ ਬੜੀ ਕਿਸਮਤ ਵਾਲਾ ਦਿਨ ਹੈ। ਆਪਾਂ ਭਗਤ ਸਾਹਿਬ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਚਨ ਵੀ ਪੜ੍ਹਦੇ ਹਾਂ। ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲੱਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਸਿੱਖ ਵੀ ਇਹ ਤੁਕਾਂ ਗੁਰਬਾਣੀ ਦੀਆਂ ਪੜ੍ਹ ਕੇ ਕਹਿ ਰਿਹਾ, ਪਾਤਸ਼ਾਹ ਬੜੇ ਦਿਨਾਂ ਤੋਂ ਤੁਹਾਡੇ ਦਰਸ਼ਨ ਕਰਨ ਦੀ ਇੱਛਾ ਸੀ, ਅਭਲਾਖਾ ਸੀ। ਕਈ ਦਿਨਾਂ ਤੋਂ ਦਿਲ ਵਿੱਚ ਇਹ ਗੱਲ ਚੱਲ ਰਹੀ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ ਤੇ ਦਰਸ਼ਨ ਬਖਸ਼ਿਸ਼ ਕਰਨ। ਤੁਸੀਂ ਬੜੀ ਕਿਰਪਾ ਕੀਤੀ ਹੈ। ਕਈ ਦਿਨਾਂ ਤੋਂ ਪਾਤਸ਼ਾਹ ਮਨ ਵਿੱਚ ਦਰਸ਼ਨਾਂ ਦੀ ਪਿਆਸ ਸੀ। ਆਜ ਭਾਗ ਵੱਡ ਤੇ ਭਾ ਪਰਸਨ। ਅੱਜ ਮੇਰੇ ਵੱਡੇ ਭਾਗ ਨੇ, ਮੈਂ ਸਤਿਗੁਰੂ ਪਾਤਸ਼ਾਹ ਆਪ ਜੀ ਦੇ ਦਰਸ਼ਨ ਪਰਸੇ ਹਨ। ਨਾਮ ਗਰੀਬ ਨਿਵਾਜ ਤੁਮਾਰਾ। ਗਰੀਬ ਨਵਾਜ ਸਤਿਗੁਰੂ ਤੁਹਾਡਾ ਤੇ ਨਾਮ ਹੀ ਗਰੀਬ ਨਵਾਜ ਹੈ, ਗਰੀਬਾਂ ਨੂੰ ਨਵਾਜਣ ਵਾਲੇ। ਪਾਤਸ਼ਾਹ ਤੁਸੀਂ ਗਰੀਬ ਨਵਾਜ ਹੋ ਜੀ। ਕਰੋ ਨਿਬਾਹਨ ਬਿਰਦ ਉਦਾਰਾ। ਤੇ ਮਹਾਰਾਜ ਆਪ ਜੀ ਦਾ ਜਿਹੜਾ ਵੱਡਾ ਬਿਰਦ ਹੈ ਨਾ, ਗਰੀਬਾਂ ਨੂੰ ਨਵਾਜਣਾ, ਤੇ ਤੁਸੀਂ ਪਾਤਸ਼ਾਹ ਇਸ ਬਿਰਦ ਨੂੰ ਨਿਭਾ ਰਹੇ ਹੋ। ਕਿਰਪਾ ਕਰੋ, ਤੁਸੀਂ ਨਿਭਾਇਆ ਹੈ। ਮੇਰੀ ਅਰਦਾਸ ਪ੍ਰਵਾਨ ਹੋਈ ਤੇ ਮੈਨੂੰ ਦਰਸ਼ਨ ਬਖਸ਼ੇ ਨੇ। ਸੁਨ ਸਤਿਗੁਰੂ ਕਿਰਪਾਨ ਬਖਾਨਾ। ਇਹ ਬਚਨ ਸੁਣ ਕੇ ਜੀ ਆਗਰੇ ਵਾਲੇ ਕਾਈ ਸਿੱਖ ਤੋਂ ਤੇ ਕਿਰਪਾਲੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਕਹਿਣ ਲੱਗੇ, ਸਿਮਰੋ ਸਤਿਨਾਮ ਕਲਿਆਣਾ। ਇਹ ਭਾਈ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪਹੁੰਚੇ ਹੋ ਤੇ ਸਾਡੇ ਵੱਲੋਂ ਤੁਹਾਨੂੰ ਹੁਕਮ ਇਹ ਹੈ, ਤੁਸੀਂ ਸਦਾ ਵਾਸਤੇ ਮੁਕਤੀ ਦਾਤਾ ਜੋ ਅਕਾਲ ਪੁਰਖ ਪਰਮ ਪਿਤਾ ਪ੍ਰਮਾਤਮਾ ਦਾ ਨਾਮ ਹੈ, ਸਿਮਰੋ ਸਤਿਨਾਮ ਕਲਿਆਣਾ। ਕਲਿਆਣਾ ਦਾ ਅਰਥ ਹੁੰਦਾ ਮੁਕਤੀ ਦਾਤਾ। ਵਾਹਿਗੁਰੂ ਨਾਮ, ਜਿਸ ਪਰਿਪੂਰਨ ਪ੍ਰਮਾਤਮਾ ਦਾ ਸਤਿਨਾਮ ਵਾਹਿਗੁਰੂ ਹੈ, ਉਸ ਨੂੰ ਸਿਮਰਨਾ ਕਰੋ ਜੀ। ਧਰਮ ਕਿਰਤ ਕਰ ਖਾਓ ਆਹਾਰਾ। ਤੇ ਦੂਜਾ ਭਾਈ ਤੁਸੀਂ ਇਹ ਕੰਮ ਕਰਨਾ ਹੈ ਕਿ ਧਰਮ ਦੀ ਕਿਰਤ ਕਰਕੇ ਫਿਰ ਪ੍ਰਸ਼ਾਦਾ ਪਾਣੀ ਛਕਣਾ ਹੈ। ਇਨ ਦੋਇਨ ਤੇ ਸਦਾ ਸੁਖਾਰਾ। ਇਹਨਾਂ ਦੋਵਾਂ ਕੰਮਾਂ ਦੇ ਨਾਲ ਇੱਕ ਕਰਤਾ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਦੂਜਾ ਧਰਮ ਦੀ ਕਿਰਤ ਕਰਨੀ, ਇਹ ਦੋਵੇਂ ਕੰਮ ਕਰਨ ਦੇ ਨਾਲ ਜੀਵਨ ਸੁਖਾਲਾ ਬਣ ਜਾਂਦਾ ਜੀ। ਨਹਿ ਜਮਦੂਤ ਦੇਖ ਬੇ ਪਾਵਹਿ। ਨਹਿ ਜਮਦੂਤ ਦੇਖ ਬੈ ਪਾਵੈ। ਤੇ ਕਹਿਣ ਲੱਗੇ ਇਹ ਦੋਵਾਂ ਤੋਂ ਹੀ ਜੀਵਨ ਸਦਾ ਸੁਖਾਲਾ ਬਣਦਾ ਹੈ। ਜੇ ਇਹ ਦੋਵੇਂ ਕੰਮ ਕਰੀਏ ਤੇ ਫਿਰ ਜਮਦੂਤ ਆਦਿਕ ਦਾ ਜਿਹੜਾ ਮੌਤ ਦਾ ਭੈ ਹੈ ਨਾ, ਇਹ ਖਤਮ ਹੋ ਜਾਂਦਾ ਹੈ। ਦੇਖ ਬੈ ਪਾਵੈ ਨਹਿ ਜਮਦੂਤ, ਫਿਰ ਮੌਤ ਦਾ ਭੈ ਬਿਲਕੁਲ ਹੀ ਅੰਦਰੋਂ ਮੁੱਕ ਜਾਂਦਾ। ਭਾਵੇਂ ਜਮਦੂਤਾਂ ਨੂੰ ਦੇਖ ਵੀ ਲਈਏ, ਫਿਰ ਇਹ ਮੌਤ ਦਾ ਭੈ ਸਦਾ ਵਾਸਤੇ ਮੁੱਕ ਜਾਂਦਾ ਜੀ। ਕਰਦੇ ਕਰ ਸਤਿਗੁਰੂ ਬਚਾਵੈ। ਤੇ ਸਤਿਗੁਰੂ ਫਿਰ ਆਪਣੇ ਸਿੱਖ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਬਚਾ ਲੈਂਦੇ ਨੇ, ਕਿਉਂਕਿ ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ। ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰਨ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਗੁਰਸਿੱਖਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਨਾ, ਸਤਿਗੁਰੂ ਫਿਰ ਆਪਣਾ ਹੱਥ ਦੇ ਕਰਕੇ ਉਹ ਸਿੱਖ ਦੀ ਰਾਖੀ ਕਰਦੇ, ਸਿੱਖ ਨੂੰ ਬਚਾ ਲੈਂਦੇ ਨੇ। ਸੁਨ ਬੰਦਨ ਕਰ ਗਮਨਿਓ ਕਾਹੀ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਸਨਾ ਤੋਂ ਅੰਮ੍ਰਿਤ ਬਚਨ ਸੁਣ ਕੇ ਤੇ ਕਾਈ ਸਿੱਖ ਦਰਸ਼ਨ ਕਰਕੇ, ਨਮਸਕਾਰ ਕਰਕੇ, ਮੱਥਾ ਟੇਕ ਕੇ ਇੱਥੋਂ ਸਤਿਗੁਰਾਂ ਦੇ ਚਰਨਾਂ ਵਿੱਚੋਂ ਚੱਲ ਪਿਆ। ਅਦਕ ਆਨੰਦ ਧਾਰ ਉਰ ਮਾਹੀ। ਅਦਕ ਹੁੰਦਾ ਬਹੁਤ ਵੱਡਾ ਆਨੰਦ ਹਿਰਦੇ ਵਿੱਚ ਉਸਨੇ ਧਾਰਨ ਕੀਤਾ, ਕਿਉਂਕਿ ਭਾਈ ਗੁਰੂ ਦੇ ਦਰਸ਼ਨਾਂ ਵਿੱਚ ਹੈ ਹੀ ਆਨੰਦ ਹੈ। ਆਪਾਂ ਪਾਵਨ ਬਾਣੀ ਵਿੱਚੋਂ ਵੀ ਬਚਨ ਪੜ੍ਹਦੇ ਹਾਂ। ਸਤਿਗੁਰੂ ਸਾਹਿਬ ਜੀ ਦਾ ਗੁਰਵਾਕ ਹੈ, ਕਹਿਣ ਲੱਗੇ ਜਿਹੜਾ ਸਤਿਗੁਰੂ ਦੇ ਦਰਸ਼ਨ ਹੈ ਨਾ, ਇਹਦੇ ਨਾਲ ਦਾ ਹੋਰ ਕਿਤੇ ਆਨੰਦ ਨਹੀਂ। ਸਭ ਤੋਂ ਵੱਡਾ ਆਨੰਦ ਹੀ ਸਤਿਗੁਰੂ ਸਾਹਿਬ ਦੇ ਦਰਸ਼ਨਾਂ ਵਿੱਚ ਹੈ। ਤੇ ਦਰਸ਼ਨ ਦੇ ਆਨੰਦ ਪ੍ਰਾਪਤ ਕਰਕੇ ਹਿਰਦੇ ਵਿੱਚ ਤੇ ਗੁਰੂ ਕਾ ਸਿੱਖ ਬੰਦਨਾ ਕਰਕੇ ਭਾਈ ਚੱਲ ਪਿਆ। ਤਪਤ ਨਿਵਾਰੀ ਸਮਾਂ ਬਿਤਾਏ। ਤੇ ਜਦੋਂ ਦੁਪਹਿਰ ਦਾ ਸਮਾਂ ਸੀ, ਜਿਹੜਾ ਗਰਮੀ ਦਾ ਸਮਾਂ ਜਦੋਂ ਲੰਘ ਗਿਆ, ਭਾਵ ਗਰਮੀ ਵਾਲਾ ਸਮਾਂ ਜਦੋਂ ਬਤੀਤ ਹੋ ਗਿਆ, ਚੜਿਓ ਸ਼ਾਹ ਸਤਿਗੁਰੂ ਬੁਲਾਏ। ਤੇ ਸ਼ਾਹ ਵੀ ਘੋੜੇ ਤੇ ਚੜ ਪਿਆ ਜਹਾਂਗੀਰ, ਤੇ ਸਤਿਗੁਰੂ ਪਾਤਸ਼ਾਹ ਨੂੰ ਵੀ ਬੇਨਤੀ ਕੀਤੀ, ਦਾਤਾ ਜੀ ਮਹਿਮਾ ਮਹਾਮਾਨ ਕਰ ਮਨ ਮੈਂ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ, ਦਾਤਾ ਤੁਹਾਡੀ ਜਿਹੜੀ ਮਹਿਮਾ ਹੈ ਨਾ, ਇਹ ਮਹਾਂ ਦਾ ਅਰਥ ਹੁੰਦਾ ਵੱਡੀ। ਹੁਣ ਮੈਂ ਮਨ ਕਰਕੇ ਇਹ ਗੱਲ ਮੰਨ ਲਈ ਹੈ ਵੀ ਤੁਹਾਡੀ ਮਹਿਮਾ ਵੱਡੀ ਹੈ, ਗੁਰੂ ਵਰਗੀ ਹੋਰ ਕਿਸੇ ਦੀ ਮਹਿਮਾ ਨਹੀਂ। ਇਹ ਸਿੱਖ ਨੇ ਮੇਰੇ ਅੰਦਰ ਯਕੀਨ ਕਰਾ ਦਿੱਤਾ, ਯਕੀਨ ਪੱਕਾ ਕਰਵਾ ਦਿੱਤਾ ਹੈ ਕਿ ਗੁਰੂ ਤੇ ਮਹਾਨ ਹੀ ਹੈ, ਪਰ ਗੁਰੂ ਕੇ ਸਿੱਖ ਕਿੰਨੀ ਵੱਡੀ ਕਿਰਪਾ ਵਾਲੇ ਨੇ। ਉਹ ਕਿਸੇ ਬਾਦਸ਼ਾਹ ਦੇ ਲਾਲਚ ਵਿੱਚ ਨਹੀਂ, ਉਹ ਟਕਿਆਂ ਦੇ ਲਾਲਚ ਵਿੱਚ ਨਹੀਂ, ਮੋਹਰਾਂ ਦੇ ਲਾਲਚ ਵਿੱਚ ਨਹੀਂ। ਸਿੱਖ ਤੇ ਗੁਰੂ ਦੇ ਚਰਨਾਂ ਤੋਂ ਕੁਰਬਾਨ ਜਾਂਦੇ ਨੇ, ਉਹ ਤੇ ਮੇਰੀਆਂ ਮੋਹਰਾਂ ਦੀ ਪਰਵਾਹ ਨਹੀਂ। ਤੁਹਾਡੇ ਦਰਸ਼ਨ ਕਰਨ ਆਏ ਸਿੱਖ ਨੇ ਮੇਰੇ ਅੰਦਰ ਇਹ ਗੱਲ ਪੱਕੀ ਕਰ ਦਿੱਤੀ ਹੈ ਕਿ ਗੁਰੂ ਦੀ ਮਹਿਮਾ ਵੱਡੀ, ਵੱਡੀ ਮਹਿਮਾ ਵਾਲੇ ਸਤਿਗੁਰੂ ਨੇ। ਜਹਾਂਗੀਰ ਪ੍ਰੇਮੀ ਗੁਰ ਤਨ ਮੈਂ। ਜਹਾਂ ਜਿੱਥੇ ਤੁਹਾਡੀ ਪਾਤਸ਼ਾਹ ਤੁਹਾਡੀ ਮਹਿਮਾ ਹੈ ਨਾ, ਜਹਾਂ ਪ੍ਰੇਮੀ ਗੁਰ ਤਨ ਮੈਂ, ਜਹਾਂਗੀਰ ਪ੍ਰੇਮੀ ਗੁਰ ਤਨ ਮੈਂ। ਉਸ ਦਿਨ ਤੋਂ, ਜਿਸ ਦਿਨ ਦੇ ਸਿੱਖ ਨੂੰ ਮੈਂ ਮਿਲਿਆ, ਜਿਹੜੇ ਸਿੱਖ ਨੇ ਤੁਹਾਡੇ ਚਰਨਾਂ ਵਿੱਚ ਆਣ ਕੇ ਲੋਕ ਪਰਲੋਕ ਦੇ ਸੁੱਖ ਦੀ ਮੰਗ ਮੰਗੀ, ਤੁਸਾਂ ਬਖਸ਼ਿਆ। ਤੇ ਜਹਾਂਗੀਰ ਬਾਦਸ਼ਾਹ ਕਹਿੰਦਾ, ਦਾਤਾ ਉਸੇ ਦਿਨ ਤੋਂ ਮੈਂ ਤੁਹਾਡੇ ਸਰੂਪ ਦਾ ਪ੍ਰੇਮੀ ਬਣ ਗਿਆ ਹਾਂ ਜੀ। ਦੇਖਤ ਨਿਕਟ ਤੁਰੰਗ ਚਲਾਵੇ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦਿਆਂ ਕਰਦਿਆਂ ਤੇ ਗੁਰੂ ਜੀ ਦੇ ਨੇੜੇ ਹੋ ਕੇ ਬਾਦਸ਼ਾਹ ਵੀ ਘੋੜਾ ਚਲਾਉਂਦਾ, ਭਾਵ ਘੋੜੇ ਉੱਤੇ ਸਵਾਰੀ ਕਰਦਾ ਹੈ ਤੇ ਹੌਲੀ ਹੌਲੀ ਚੱਲਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰੀ ਚੱਲਾਂ। ਮੁਸਕਾਵਤ ਮੁਖ ਬਾਕ ਅਲਾਵੇ। ਤੇ ਬਾਦਸ਼ਾਹ ਖੁਸ਼ ਵੀ ਹੁੰਦਾ, ਦਰਸ਼ਨਾਂ ਵਿੱਚੋਂ ਆਤਮਿਕ ਖੁਸ਼ੀ ਮਿਲਦੀ ਹੈ। ਤੇ ਆਪਣੇ ਮੁਖ ਤੋਂ ਬਚਨ ਕਹਿਣ ਲੱਗਾ, ਮੁਸਕਰਾਉਂਦਾ ਹੋਇਆ। ਖੁਸ਼ੀ ਹੈ ਅੱਜ ਇੱਕ ਵੱਖਰੀ ਕਿਸਮ ਦੀ ਖੁਸ਼ੀ ਹੈ, ਕਿਉਂਕਿ ਹੁਣ ਗੁਰੂ ਜੀ ਦੇ ਦਰਸ਼ਨ ਹੋਏ ਆ। ਤੇ ਪਹਿਲਾਂ ਗੁਰੂ ਕੇ ਸਿੱਖ ਨੇ ਅੰਦਰ ਬਾਦਸ਼ਾਹ ਦੇ ਪ੍ਰੇਮ ਪੈਦਾ ਕਰ ਦਿੱਤਾ, ਤੇ ਉਸ ਖੁਸ਼ੀ ਨਾਲ ਭਰਪੂਰ ਬਾਦਸ਼ਾਹ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦਿਆਂ ਮੁਸਕਰਾਉਂਦਾ ਵੀ ਹੈ। ਤੇ ਮੁਸਕਰਾਹਟ ਵਿੱਚ ਆਣ ਕੇ ਮੁਖ ਤੋਂ ਫਿਰ ਬਚਨ ਕਰਕੇ ਕਹਿਣ ਲੱਗਾ, ਸਨੈ ਸਨੈ ਪੁਰ ਮੈਂ ਚੱਲ ਗਏ। ਤੇ ਬਚਨ ਕਰਦਿਆਂ ਕਰਦਿਆਂ ਹੌਲੀ ਹੌਲੀ ਆਗਰੇ ਸ਼ਹਿਰ ਵਿੱਚ
ਗੁਰੂ ਸਾਹਿਬ ਤੇ ਬਾਦਸ਼ਾਹ ਚੱਲ ਗਏ ਨੇ ਜੀ। ਨਿਜ ਨਿਜ ਸਿਵਰ ਉਤਰਤੇ ਭਏ। ਸਿਵਰ ਹੁੰਦਾ ਤੰਬੂ ਜਾਂ ਡੇਰਾ, ਜਿੱਥੇ ਜਿੱਥੇ ਵੀ ਤੰਬੂ ਲੱਗਾ ਸੀ, ਭਾਵ ਬੈਠਣ ਵਾਸਤੇ ਆਸਣ ਬਣਾਇਆ ਹੈ, ਉੱਥੇ ਹੀ ਹੌਲੀ ਹੌਲੀ ਆਪੋ ਆਪਣੇ ਟਿਕਾਣੇ ਤੇ, ਸਤਿਗੁਰੂ ਵੀ ਆਪਣੇ ਟਿਕਾਣੇ ਤੇ ਬਾਦਸ਼ਾਹ ਵੀ ਆਪਣੇ ਟਿਕਾਣੇ ਤੇ ਪਹੁੰਚ ਗਏ ਤੇ ਉੱਥੇ ਪਹੁੰਚ ਕੇ ਉਤਾਰਾ ਕਰ ਲਿਆ। ਸੁਖ ਸੋ ਨਿਸ ਦਿਨ ਕਿਤਕ ਬਿਤਾਏ। ਇਸੇ ਤਰ੍ਹਾਂ ਸੁੱਖ ਨਾਲ ਕੁਝ ਰਾਤਾਂ ਤੇ ਦਿਨ, ਕਈ ਦਿਨ ਜਿਹੜੇ ਸਨ ਉਹ ਬਾਦਸ਼ਾਹ ਨੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁੱਖ ਨਾਲ ਬਤੀਤ ਕੀਤੇ, ਭਾਵ ਕਰਤਾ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਜੁੜ ਕੇ। ਕਬ ਕਬ ਸ਼ਾਹ ਮਿਲੇ ਬਿਗਸਾਏ। ਤੇ ਕਦੀ ਕਦੀ ਸ਼ਾਹ ਬਾਦਸ਼ਾਹ ਜਹਾਂਗੀਰ ਆਣ ਕੇ ਮਿਲਦਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਆਤਮਕ ਖੁਸ਼ੀ ਪ੍ਰਾਪਤ ਕਰਦਾ ਜੀ। ਪੁਨ ਇੱਕ ਦਿਨ ਤੈਸੇ ਚੜ ਸ਼ਾਹੂ। ਫਿਰ ਇੱਕ ਦਿਨ ਘੋੜੇ ਦੀ ਸਵਾਰੀ ਕਰਕੇ ਤੇ ਸ਼ਾਹ ਬਾਦਸ਼ਾਹ ਚੱਲ ਪਿਆ ਜੀ। ਗੁਰੂ ਬੁਲਾਏ ਪਠ ਨਰ ਪਾਹੂ। ਤੇ ਆਪਣੇ ਆਦਮੀ ਭੇਜੇ ਕੁਝ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਮੇਰੇ ਵੱਲੋਂ ਜਾ ਕੇ ਬੇਨਤੀ ਕਰੋ ਕਿ ਤੁਸੀਂ ਆ ਕੇ ਸਾਨੂੰ ਦਰਸ਼ਨ ਦਿਓ। ਗੁਰੂ ਜੀ ਨੂੰ ਬੁਲਾਵਾ ਭੇਜਿਆ ਆਪਣੇ ਆਦਮੀ ਭੇਜ ਕਰਕੇ। ਹੁਤੋਂ ਪ੍ਰਭਾਤ ਸਮੋ ਹੋਏ ਤਿਆਰ। ਇਹ ਵੀ ਨਾਲ ਸੁਨੇਹਾ ਦਿੱਤਾ ਵੀ ਜਦੋਂ ਪ੍ਰਭਾਤ ਹੋਵੇ, ਸਵੇਰ ਦਾ ਸਮਾਂ ਹੋਵੇ ਤੇ ਤੁਸੀਂ ਤਿਆਰੀ ਕਰੋ ਜੀ। ਜ਼ੀਨ ਤੁਰੰਗ ਸਜ ਭੇ ਅਸਵਾਰ। ਤੇ ਘੋੜੇ ਉੱਤੇ ਕਾਠੀ ਪਾ ਕੇ ਤੁਸੀਂ ਅਸਵਾਰੀ ਕਰਕੇ ਘੋੜੇ ਦੀ ਤਿਆਰ ਹੋ ਜਾਇਓ ਜੀ। ਅੰਮ੍ਰਿਤ ਵੇਲੇ ਨਗਰ ਆਗਰੇ ਇੱਕ ਘਰ ਮਾਹੀ। ਇੱਧਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੀ ਤਿਆਰ ਬਰ ਤਿਆਰ ਨੇ। ਬਾਦਸ਼ਾਹ ਨੇ ਵੀ ਸੁਨੇਹਾ ਘੱਲਿਆ, ਪਰ ਗੁਰੂ ਜੀ ਹੋਰ ਪਰ ਉਪਕਾਰ ਵਾਸਤੇ ਵੀ ਤਿਆਰ ਹੋਏ ਨੇ। ਤੇ ਜਦੋਂ ਪ੍ਰਭਾਤ ਵੇਲਾ ਹੋਇਆ ਨਾ ਜੀ, ਭਾਵ ਸਵੇਰ ਦਾ ਸਮਾਂ ਹੋਇਆ, ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਘੋੜੇ ਦੀ ਅਸਵਾਰੀ ਕਰ ਲਈ, ਜੀਨ ਆਦਿਕ ਪਾ ਕਰਕੇ, ਤੇ ਨਗਰ ਆਗਰੇ ਨਗਰ ਵਿੱਚ ਇੱਕ ਘਰ ਵਿੱਚ ਸਿੱਖ ਕੀ ਸੁਤਾ ਅਸਿੱਖ ਕੀ ਵਿਆਹੀ। ਸਿੱਖ ਦੀ ਪੁੱਤਰੀ ਹੈ ਤੇ ਭਾਵ ਜੋ ਸਿੱਖ ਨਹੀਂ, ਉਹਨਾਂ ਦੇ ਘਰ ਵਿੱਚ ਸਿੱਖ ਦੀ ਪੁੱਤਰੀ ਵਿਆਹੀ ਹੋਈ ਹੈ। ਨਗਰ ਆਗਰੇ ਵਿੱਚ ਇੱਕ ਘਰ ਉਹ ਹੈ। ਗੁਰ ਦਰਸ਼ਨ ਕੋ ਚਾਹਤ ਰਹੈ। ਉਹ ਜਿਹੜੀ ਸਿੱਖ ਦੀ ਸਪੁੱਤਰੀ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦੀਦਾਰਿਆਂ ਦੀ ਚਾਹਨਾ ਵਿੱਚ ਹੈ। ਜਿਹੜਾ ਸਹੁਰਾ ਪਰਿਵਾਰ ਹੈ ਬੱਚੀ ਦਾ, ਉਹ ਕਿਸੇ ਹੋਰ ਧਰਮ ਨੂੰ ਮੰਨਣ ਵਾਲਾ ਹੈ ਤੇ ਸਿੱਖ ਦੀ ਪੁੱਤਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੋਂ ਸਦਕੇ ਜਾਂਦੀ ਹੈ ਤੇ ਮਨ ਕਰਕੇ ਯਾਦ ਕਰਦੀ ਹੈ ਤੇ ਦਰਸ਼ਨਾਂ ਦੀ ਚਾਹਨਾ ਰੱਖ ਕਰਕੇ ਪਤਿ ਸਸੁਰਾਰ ਨ ਆਏ ਸਲਹੈ। ਤੇ ਜਿਹੜੇ ਉਸ ਬੱਚੀ ਦਾ ਪਤੀ ਹੈ ਤੇ ਸਹੁਰਾ ਹੈ, ਉਹ ਆਗਿਆ ਨਹੀਂ ਦਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਤੂੰ ਚਲੀ ਜਾ। ਸਿੱਖ ਦੀ ਪੁੱਤਰੀ ਦਰਸ਼ਨਾਂ ਦੀ ਅਭਿਲਾਖਾ ਰੱਖਦੀ ਹੈ, ਪਰ ਪਤੀ ਤੇ ਸਹੁਰਾ ਜਾਣ ਦੀ ਆਗਿਆ ਨਹੀਂ ਦਿੰਦੇ ਜੀ। ਜਬ ਇਸ਼ਨਾਨ ਕਰਨ ਕਉ ਲਾਗੇ। ਜਦੋਂ ਵੀ ਸਿੱਖ ਦੀ ਪੁੱਤਰੀ ਇਸ਼ਨਾਨ ਕਰਨ ਵਾਸਤੇ ਤਿਆਰੀ ਕਰਦੀ ਹੈ, ਮੁਖ ਤੇ ਇਮ ਕੈ ਮਨ ਅਨੁਰਾਗ ਹੈ। ਇਹ ਆਪਣੇ ਮੁਖ ਤੋਂ ਇੰਜ ਕਹਿ ਕੇ ਮਨ ਅਨੁਰਾਗੇ ਹੁੰਦਾ, ਪਿਆਰ ਨਾਲ ਆਪਣੇ ਮਨ ਤੋਂ ਕੀ ਕਹਿੰਦੀ ਹੈ, ਉਹ ਕਵੀ ਜੀ ਅਗਲੀਆਂ ਤੁਕਾਂ ਵਿੱਚ ਦੱਸਦੇ ਨੇ। ਸ੍ਰੀ ਗੁਰ ਸਾਚੇ ਜੇ ਕਰ ਆਹ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦਿਆਂ ਸਿੱਖ ਦੀ ਪੁੱਤਰੀ ਕਹਿੰਦੀ ਹੈ, ਐ ਮੇਰੇ ਸੱਚੇ ਪਿਤਾ ਪਰਮ ਪਿਤਾ ਪ੍ਰਮਾਤਮਾ ਦੀ ਬਖਸ਼ਿਸ਼ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਸੱਚੇ ਗੁਰੂ ਹੋ,
ਤੁਹਾਨੂੰ ਅਸੀਂ ਸਾਰੇ ਸੱਚਾ ਪਾਤਸ਼ਾਹ ਕਹਿ ਕੇ ਯਾਦ ਕਰਦੇ ਹਾਂ। ਸਭ ਘਟ ਘਟ ਕੀ ਸੁਧ ਕੋ ਲਹੈ। ਤੇ ਤੁਸੀਂ ਹਰੇਕ ਹਿਰਦੇ ਦੀ ਖਬਰ ਜਾਣਨ ਵਾਲੇ ਹੋ। ਸਾਡੇ ਅੰਦਰ ਕੀ ਚੱਲਦਾ ਹੈ, ਕੀ ਵਿਚਾਰ ਚੱਲਦੇ ਆ, ਇਹ ਤੇ ਤੁਸੀਂ ਹਰੇਕ ਹਿਰਦੇ ਦੀ ਗੱਲ ਜਾਣਨ ਵਾਲੇ ਹੋ। ਤਉ ਮਮ ਆਸਾ ਪੂਰਨ ਕਰੀਐ। ਇਸ ਕਰਕੇ ਜਾਣਨਹਾਰ ਗਰੀਬ ਨਵਾਜ ਅੰਤਰਜਾਮੀ ਜੀ, ਤੁਸੀਂ ਇਸ ਮੇਰੀ ਭਾਵਨਾ ਨੂੰ ਜਾਣਦਿਆਂ ਹੋਇਆਂ ਮੇਰੀ ਆਸਾ ਨੂੰ ਪੂਰਨ ਕਰੋ। ਇਹ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਤੋ ਮਮ ਆਸਾ ਪੂਰਨ ਕਰੀਏ। ਤੁਸੀਂ ਗਰੀਬ ਨਵਾਜ ਅੰਤਰਜਾਮੀ ਹੋ ਤੇ ਅੰਤਰਜਾਮੀ ਹੋਣ ਕਰਕੇ ਆਪਣੀ ਪੁੱਤਰੀ ਦੀ ਆਸਾ ਪੂਰਨ ਕਰੋ ਜੀ। ਆਪਣੇ ਦਰਸ਼ਨ ਇਹਾਂ ਦਿਖਰੀਐ। ਜਦੋਂ ਸਤਿਗੁਰੂ ਮੇਰਾ ਪਤੀ ਤੇ ਮੇਰਾ ਸਹੁਰਾ ਨਹੀਂ ਜਾਣ ਦਿੰਦੇ ਤੇ ਤੁਸੀਂ ਅੰਤਰਜਾਮੀ ਪਿਤਾ ਹੋ ਤੇ ਤੁਹਾਡੀ ਧੀ ਤੁਹਾਨੂੰ ਬੇਨਤੀ ਕਰਦੀ ਹੈ ਤੇ ਮੇਰੀ ਆਸਾ ਪੂਰੀ ਕਰਦਿਆਂ ਪਾਤਸ਼ਾਹ ਇੱਥੇ ਪਹੁੰਚ ਕੇ ਹੀ ਤੁਸੀਂ ਮੈਨੂੰ ਆਪਣੇ ਦਰਸ਼ਨ ਬਖਸ਼ ਕੇ ਕਿਰਤਾਰਥ ਕਰੋ ਜੀ। ਇਸ ਬਿਦ ਬੋਲਤ ਲੈ ਕਰ ਨੀਰ। ਇਸ ਤਰੀਕੇ ਨਾਲ ਸਿੱਖ ਦੀ ਪੁੱਤਰੀ ਬਚਨ ਕਰਕੇ ਤੇ ਫਿਰ ਆਪਣੇ ਹੱਥ ਵਿੱਚ ਜਲ ਲੈ ਕੇ ਕਰੇ ਸਮਝਨ ਸ਼ੌਚ ਸ਼ਰੀਰ। ਆਪਣੇ ਸਰੀਰ ਦੀ ਪਵਿੱਤਰਤਾ ਵਾਸਤੇ ਫਿਰ ਜਲ ਨਾਲ ਸਿੱਖ ਦੀ ਬੱਚੀ ਇਸ਼ਨਾਨ ਕਰਦੀ ਹੈ ਤੇ ਮਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੇ ਕਰਦੀ ਹੈ, ਪਾਤਸ਼ਾਹ ਆਪ ਇੱਥੇ ਕਿਰਪਾ ਕਰਕੇ ਪਹੁੰਚ ਕੇ ਦਰਸ਼ਨ ਦਿਓ ਜੀ। ਨਿਤ ਪ੍ਰਤ ਕਹਿਬੇ ਕੋ ਕਰ ਨੇਮ। ਤੇ ਇਸ ਤਰ੍ਹਾਂ ਨਿਤਾ ਪ੍ਰਤੀ ਕਹਿਣ ਦਾ ਜਿਹੜਾ ਨੇਮ ਸੀ ਉਹ ਸਿੱਖ ਦੀ ਸਪੁੱਤਰੀ ਸਦਾ ਵਾਸਤੇ ਨਿਭਾਉਂਦੀ ਹੈ। ਚਾਹਤ ਦਰਸ਼ਨ ਮਨ ਮੈਂ ਪ੍ਰੇਮ। ਤੇ ਪ੍ਰੇਮ ਸਹਿਤ ਮਨ ਵਿੱਚ ਦਰਸ਼ਨਾਂ ਦੀ ਬਹੁਤ ਵੱਡੀ ਚਾਹਨਾ ਹੈ ਜੀ। ਤਿਸ ਕੋ ਚਿਤਵਤ ਸਤਿਗੁਰ ਚਾਲੇ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਘਟ ਘਟ ਕੇ ਅੰਤਰ ਕੀ ਜਾਣਤ ਵਾਲੇ ਸਤਿਗੁਰੂ ਸਿੱਖ ਦੀ ਪੁੱਤਰੀ ਦੀ ਭਾਵਨਾ ਸਮਝ ਕੇ ਤੇ ਮੇਰੇ ਪਾਤਸ਼ਾਹ ਦਰਸ਼ਨ ਬਖਸ਼ਣ ਵਾਸਤੇ ਚੱਲ ਪਏ ਨੇ। ਕਰਤ ਨਿਬਾਹਨ ਬਿਰਦ ਵਿਸਾਲੇ। ਆਪਣਾ ਸੁਭਾਅ ਜਿਹੜਾ ਆਪਣਾ ਬਿਰਦ ਹੈ ਉਹਦੀ ਲਾਜ ਰੱਖਦਿਆਂ ਇਸ ਗੱਲ ਨੂੰ ਨਿਭਾਉਂਦਿਆਂ ਵੱਡੇ ਬਿਰਦ ਨੂੰ ਤੇ ਪਾਤਸ਼ਾਹ ਨਿਭਾਉਣ ਵਾਸਤੇ ਚੱਲ ਪਏ ਨੇ। ਜਾਤ ਬੀਥਕਾ ਤਿਸ ਘਰ ਜੋਈ। ਬੀਥਕਾ ਕਹਿੰਦੇ ਨੇ ਗਲੀ ਨੂੰ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਜਾਤ ਕਹਿੰਦੇ ਜਿੱਥੇ, ਜਿਹੜੀ ਗਲੀ ਵਿੱਚ ਉਸ ਬੱਚੀ ਦਾ ਘਰ ਸੀ ਸਿੱਖ ਦੀ ਪੁੱਤਰੀ ਦਾ। ਹੈ ਚਪਲਾਏ ਚਲੇ ਚਹ ਸੋਈ। ਤੇ ਜਿਹੜਾ ਚੰਚਲ ਘੋੜਾ ਹੈ ਨਾ ਉਸ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਵਾਰੀ ਕਰਕੇ ਤੇ ਸਿੱਖ ਦੀ ਪੁੱਤਰੀ ਦੀ ਕਾਮਨਾ ਪੂਰੀ ਕਰਨ ਵਾਸਤੇ ਚੱਲ ਪਏ ਨੇ। ਲੈ ਕਰ ਜਲ ਕੋ ਹੇਤ ਇਸ਼ਨਾਨ। ਉਧਰ ਸਾਧ ਸੰਗਤ ਆਪਣੇ ਨੇਮ ਮੁਤਾਬਕ ਜਦੋਂ ਸਿੱਖ ਦੀ ਪੁੱਤਰੀ ਗੁਰੂ ਨੂੰ ਯਾਦ ਕਰਦੀ ਤੇ ਹੱਥ ਵਿੱਚ ਜਲ ਆਪਣੇ ਸਰੀਰ ਉੱਤੇ ਪਾਉਂਦੀ ਹੈ, ਸੋਚ ਵਾਸਤੇ, ਪਵਿੱਤਰਤਾ ਵਾਸਤੇ। ਹੁਣ ਵੀ ਉਹ ਟਾਈਮ ਪਹੁੰਚ ਗਿਆ ਹੈ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਜਦੋਂ ਚਲੇ ਗਏ, ਉਧਰ ਸਿੱਖ ਦੀ ਪੁੱਤਰੀ ਹੱਥ ਵਿੱਚ ਜਲ ਲੈ ਕੇ ਇਸ਼ਨਾਨ ਵਾਸਤੇ ਚੜੀ ਸਦਨ ਪਰ ਸਮਾ ਪਛਾਨ। ਤੇ ਉਹ ਇਸ਼ਨਾਨ ਦਾ ਸਮਾਂ ਪਛਾਣ ਕੇ ਤੇ ਸਿੱਖ ਦੀ ਪੁੱਤਰੀ ਭਾਵ ਆਪਣੇ ਘਰ ਦੇ ਉੱਪਰ ਚੜ ਪਈ ਜੀ। ਉਤ ਤੇ ਸਤਿਗੁਰ ਤੈ ਚੱਲ ਆਏ। ਉਧਰ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਕਰਕੇ ਆ ਗਏ ਨੇ। ਤਿਸ ਕੇ ਸਦਨ ਜਬੇ ਨੇਰਾਏ। ਤੇ ਜਦੋਂ ਸਿੱਖ ਦੀ ਪੁੱਤਰੀ ਦੇ ਘਰ ਦੇ ਨੇੜੇ ਸਤਿਗੁਰੂ ਪਹੁੰਚੇ, ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ। ਸਿੱਖ ਤਨ ਜਾ ਜਬ ਜਲ ਤਨ ਡਾਰਤ। ਤੇ ਤਨਜਾ ਕਹਿੰਦੇ ਨੇ ਪੁੱਤਰੀ ਨੂੰ। ਸਿੱਖ ਦੀ ਪੁੱਤਰੀ ਜਦੋਂ ਆਪਣੇ ਤਨ ਤੇ ਸਰੀਰ ਤੇ
ਭਾਵ ਜਲ ਪਾਉਣ ਲੱਗੀ ਸੀ। ਜਿਵ ਨਿਤ ਬੋਲਤ ਤਥਾ ਉਚਾਰਤ, ਜਿਵੇਂ ਆਪਣੇ ਨੇਮ ਨਾਲ ਪਹਿਲਾਂ ਸਿੱਖ ਦੀ ਪੁੱਤਰੀ ਬੋਲਦੀ ਹੈ ਨਾ ਵੀ ਪਾਤਸ਼ਾਹ ਪਤੀ ਤੇ ਸਹੁਰਾ ਆਗਿਆ ਨਹੀਂ ਦਿੰਦੇ, ਆਪ ਹੀ ਕਿਰਪਾ ਕਰਕੇ ਚੱਲ ਕੇ ਮੇਰੀ ਇੱਛਾ ਪੂਰੀ ਕਰੋ। ਜਦੋਂ ਇਸੇ ਤਰ੍ਹਾਂ ਨੇਮ ਨਾਲ ਜਲ ਪਾਉਣ ਲੱਗੀ ਤੇ ਉਹ ਸਾਧ ਸੰਗਤ ਆਪਣੇ ਨੇਮ ਮੁਤਾਬਕ ਉਹ ਬਚਨ ਸਿੱਖ ਦੀ ਪੁੱਤਰੀ ਬੋਲਦੀ ਹੈ। ਜੇ ਸਾਚੋ ਗੁਰ ਅੰਤਰ ਜਾਮੀ, ਕਹਿਣ ਲੱਗੀ ਸੱਚੇ ਪਾਤਸ਼ਾਹ, ਜੇ ਤੁਸੀਂ ਸੱਚੇ ਸਤਿਗੁਰੂ ਸੱਚੇ ਪਾਤਸ਼ਾਹ ਹੋ, ਅੰਤਰਜਾਮੀ ਸਤਿਗੁਰੂ ਹੋ ਜੀ। ਪੁਰਹਿ ਕਾਮਨਾ ਮਮ ਜਗ ਸੁਆਮੀ, ਇਹ ਜਗਤ ਦੇ ਸੁਆਮੀ ਜਗਤ ਦੇ ਮਾਲਕ ਮੇਰੀ ਕਾਮਨਾ ਪੂਰੀ ਕਰੋ ਜੀ, ਆਪ ਪਹੁੰਚੋ ਜੀ। ਇਹਾਂ ਆਏ ਦਰਸ਼ਨ ਦਿਖਰਾਵਹਿ, ਇੱਥੇ ਆਣ ਕੇ ਮੇਰੇ ਘਰ ਆਣ ਕੇ ਮੈਨੂੰ ਦਰਸ਼ਨਾਂ ਦੀ ਦਾਤ ਬਖਸ਼ੋ ਜੀ। ਮੁਖ ਮੰਡਲ ਤੁਤ ਸਦਨ ਸੁਹਾਵਹਿ, ਤੇ ਤੁਹਾਡਾ ਜਿਹੜਾ ਮੁਖ ਹੈ ਉਹ ਬੜੀ ਸ਼ੋਭਾ ਵਾਲਾ ਹੈ, ਬੜੀ ਸ਼ੋਭਾ ਪ੍ਰਕਾਸ਼ ਵਾਲਾ ਤੁਹਾਡਾ ਮੁਖੜਾ ਹੈ, ਸਰੂਪ ਹੈ। ਤੇ ਮੈਂ ਦੇਖਣਾ ਚਾਹੁੰਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਸਦਨ ਇਸ ਘਰ ਵਿੱਚ ਬੈਠੇ ਸ਼ੋਭਾ ਪਾਣ ਤੇ ਮੈਂ ਦਰਸ਼ਨ ਕਰ ਕਰਕੇ ਨਿਹਾਲ ਹੋਵਾਂ। ਸੁਨ ਸਤਿਗੁਰ ਨਿਜ ਸ਼ਰਾਉਨ ਮਝਾਰਾ, ਇਹ ਬਚਨ ਸਤਿਗੁਰੂ ਸਾਹਿਬ ਜੀ ਸੁਣਦੇ ਜਦੋਂ ਸਿੱਖ ਦੀ ਪੁੱਤਰੀ ਆਪਣੀ ਰਸਨਾ ਤੋਂ ਕਹਿੰਦੀ ਹੈ ਵੀ ਅੰਤਰਜਾਮੀ ਸਤਿਗੁਰੂ ਦਰਸ਼ਨ ਬਖਸ਼ੋ, ਤੇ ਗੁਰੂ ਜੀ ਨੇ ਜਦੋਂ ਆਪਣੇ ਕੰਨਾਂ ਨਾਲ ਇਹ ਬਚਨ ਸਿੱਖ ਦੀ ਪੁੱਤਰੀ ਦੀ ਆਵਾਜ਼ ਵਿੱਚੋਂ ਸੁਣੇ ਨੇ। ਰੋਕ ਤੁਰੰਗਮ ਬਾਕ ਉਚਾਰਾ, ਇਹ ਆਪਣਾ ਘੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੋਕ ਲਿਆ ਤੇ ਰੋਕ ਕੇ ਫਿਰ ਆਪਣੀ ਪਵਿੱਤਰ ਰਸਨਾ ਤੋਂ ਸੁਭਾਏਮਾਨ ਮੁਖ ਤੋਂ ਬਚਨ ਉਚਾਰ ਕਰਕੇ ਕਹਿਣ ਲੱਗੇ। ਸਮੈ ਇਸ਼ਨਾਨ ਬਖਾਨਤ ਜਾਚਾ, ਕਹਿਣ ਲੱਗੇ ਧੀਏ ਤੂੰ ਇਸ਼ਨਾਨ ਸਮੇਂ ਜਿਹੜਾ ਬਚਨ ਵਖਿਆਨ ਕੀਤਾ ਹੈ ਨਾ, ਉਹ ਅਸੀਂ ਫੇਰ ਤੇਰੀ ਰਸਨਾ ਤੋਂ ਸੁਣਨਾ ਚਾਹੁੰਦੇ ਹਾਂ। ਚਾਹਤ ਪਰਖਿਓ ਜੋ ਗੁਰ ਸਾਚਾ, ਤੂੰ ਜਿਸ ਬਚਨ ਨਾਲ ਗੁਰੂ ਦੀ ਪਰਖ ਕਰਨੀ ਚਾਹੁੰਦੀ ਹੈ ਉਹ ਸੱਚਾ ਬਚਨ ਆਪਣੀ ਰਸਨਾ ਤੋਂ ਫੇਰ ਬੋਲ ਕੇ ਦੱਸ ਧੀਏ। ਸੋ ਉਠ ਕਰ ਪੁਰਵੋ ਨਿਜ ਆਸਾ, ਤੇ ਹੁਣ ਤੁਹਾਡੀ ਉਹ ਆਸਾ ਪੂਰਨ ਕਰਨ ਵਾਸਤੇ ਅਸੀਂ ਪਹੁੰਚ ਗਏ ਹਾਂ। ਸੋ ਉੱਠ ਕਰ, ਤੁਹਾਡੀ ਧੀਏ ਆਸ ਪੂਰੀ ਹੋ ਗਈ, ਅਸੀਂ ਪਹੁੰਚ ਗਏ ਹਾਂ। ਜਿਸ ਰਸਨਾ ਨਾਲ ਤੁਸੀਂ ਸਾਨੂੰ ਯਾਦ ਕਰਦੇ ਸੋ ਤੇ ਅਸੀਂ ਤੁਹਾਡੇ ਪਿਆਰ ਭਰੀ ਆਵਾਜ਼ ਸੁਣ ਕੇ ਪਹੁੰਚ ਗਏ ਹਾਂ। ਨਿਤ ਚਾਹਤ ਜਿਸ ਦਰਸ਼ਨ ਪਾਸਾ, ਤੇ ਜਿਨ੍ਹਾਂ ਦਰਸ਼ਨਾਂ ਤੂੰ ਨਿਤਾ ਪ੍ਰਤੀ ਚਾਹੁੰਦੀ ਸਾਂ ਧੀਏ, ਉਹ ਦਰਸ਼ਨ ਕਰ ਲਾ, ਅਸੀਂ ਪਹੁੰਚ ਗਏ ਹਾਂ। ਸੁਨ ਕਰ ਤਨ ਕੋ ਤੁਰਤ ਅਸ਼ਾਦਾ, ਤੇ ਤੂੰ ਸੁਣ ਕਰਕੇ ਧੀ ਨੇ ਸਿੱਖ ਦੀ ਪੁੱਤਰੀ ਨੇ ਆਪਣੇ ਤਨ ਨੂੰ ਯਕਦਮ ਹੀ ਢੱਕ ਲਿਆ, ਕੱਪੜਾ ਪਹਿਨ ਲਿਆ ਜੀ। ਇਸ਼ਨਾਨ ਕਰਨ ਤੋਂ ਬਾਅਦ ਤਤਸ਼ਨ ਉਠੀ ਧਰੇ ਅਹਲਾਦਾ, ਇਹ ਸਿੱਖ ਦੀ ਪੁੱਤਰੀ ਬਹੁਤ ਛੇਤੀ ਇਸ਼ਨਾਨ ਤੋਂ ਕੱਪੜੇ ਪਹਿਨ ਕੇ ਉੱਠੀ ਤੇ ਬਹੁਤ ਆਨੰਦ ਧਾਰਨ ਕੀਤਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਉਣਾ ਸੁਣਿਆ, ਸੁੰਦਰ ਬਦਨ ਚੰਦ ਮਾਨਿੰਦਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੂਪ ਚੰਦ ਵਾਂਗ ਬਹੁਤ ਹੀ ਮਨ ਨੂੰ ਠੰਡ ਦੇਣ ਵਾਲਾ ਬੜਾ ਪਵਿੱਤਰ ਸਤਿਗੁਰਾਂ ਦਾ ਸਰੂਪ। ਸ਼੍ਰੀ ਹਰਗੋਬਿੰਦ ਰੂਪ ਬਿਲੰਦਾ, ਤੇ ਬਿਲੰਦ ਰੂਪ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਗਟ ਰੂਪ ਜਦੋਂ ਸਿੱਖ ਦੀ ਪੁੱਤਰੀ ਨੇ ਦਰਸ਼ਨ ਕੀਤੇ। ਲੋਚਨ ਕੀਨ ਚਕੋਰਨ ਜੋਰਾ, ਜੋੜ ਦਿੱਤੇ ਚਕੋਰਾਂ ਦੇ ਨੈਣਾਂ ਦਾ ਜੋੜਾ ਬਣਾ ਦਿੱਤਾ, ਭਾਵ
ਟਿਕ ਟਿਕੀ ਲਾ ਕੇ ਦਰਸ਼ਨ ਕਰਦੀ ਹੈ ਬੱਚੀ। ਹੋਏ ਬਲਿਹਾਰੀ ਜੁਗ ਕਰ ਜੋਰਾ, ਤੇ ਬਲਿਹਾਰ ਜਾਂਦੀ ਦੋਵੇਂ ਹੱਥ ਜੋੜ ਕੇ ਧੰਨ ਸਤਿਗੁਰੂ ਜੀ ਆਪਣੀ ਰਸਨਾ ਤੋਂ ਕਹਿੰਦੀ ਹੈ। ਅਦਕ ਪ੍ਰਸੰਨ ਭਈ ਮਨ ਮਾਹੀ, ਤੇ ਬਹੁਤ ਮਨ ਵਿੱਚ ਬਹੁਤ ਵਧੇਰੇ ਪ੍ਰਸੰਨਤਾ ਪ੍ਰਾਪਤ ਹੋਈ ਜੀ। ਪ੍ਰੇਮ ਅਦਕ ਜਾ ਕੇ ਤਨ ਮਾਹੀ, ਤੇ ਤਨ ਵਿੱਚ ਵੀ ਬਹੁਤ ਵੱਡਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰੇਮ ਪੈਦਾ ਹੋਇਆ। ਸੀਸ ਨਿਵਾਏ ਬੰਦਨਾ ਠਾਨੀ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫਿਰ ਸੀਸ ਨਵਾ ਕੇ ਤੇ ਮੱਥਾ ਟੇਕਿਆ ਜੀ। ਰੁਕੀ ਪ੍ਰੇਮ ਤੇ ਆਏ ਨਾ ਬਾਨੀ, ਤੇ ਫਿਰ ਉਸ ਬੱਚੀ ਪਾਸੋਂ ਪ੍ਰੇਮ ਦੇ ਸਹਿਤ ਰਸਨਾ ਤੋਂ ਬੋਲਿਆ ਨਹੀਂ ਜਾ ਰਿਹਾ। ਭਾਵ ਇੰਨੀ ਪ੍ਰੇਮ ਵਿੱਚ ਜੁੜ ਗਈ, ਕੋਈ ਰਸਨਾ ਤੋਂ ਬੋਲ ਨਿਕਲਦਾ ਨਹੀਂ। ਗੁਰੂ ਜੀ ਦੇ ਪ੍ਰੇਮ ਵਿੱਚ ਹੀ ਸਾਧ ਸੰਗਤ ਭਿੱਜ ਗਈ। ਧੰਨ ਗੁਰੂ ਪੂਰਨ ਅਵਤਾਰਾ, ਕਹਿਣ ਲੱਗੀ ਧੰਨ ਗੁਰੂ ਸਾਹਿਬ ਤੇ ਧੰਨ ਗੁਰੂ ਕਾ ਸਰੂਪ ਸਤਿਗੁਰੂ ਸਾਹਿਬ ਆਪ ਧੰਨ ਹੋ ਜੀ। ਕਰਿਓ ਸਫਲ ਮੁਝ ਸੰਸੈ ਟਾਰਾ, ਮੇਰਾ ਪਾਤਸ਼ਾਹ ਤੁਸੀਂ ਦਰਸ਼ਨ ਦੇ ਕੇ ਮੈਨੂੰ ਮੇਰਾ ਤੇ ਜੀਵਨ ਸਫਲ ਕਰ ਦਿੱਤਾ ਹੈ। ਤੇ ਜਿਹੜੇ ਮੇਰੇ ਸੰਸੇ ਸਨ ਇਹ ਵੀ ਮੁੱਕ ਗਏ, ਖਤਮ ਹੋ ਗਏ, ਕਿਉਂਕਿ ਗੁਰੂ ਦੇ ਦਰਸ਼ਨਾਂ ਨਾਲ ਕੋਈ ਸੰਸਾ ਬਾਕੀ ਰਹਿ ਹੀ ਨਹੀਂ ਜਾਂਦਾ ਜੀ। ਪੁਰਵੋ ਦਾਸ ਮਨੋਰਥ ਘਨੇ, ਤੇ ਜਿਹੜੇ ਮੇਰੇ ਦਾਸ ਦੇ ਮਨੋਰਥ ਸੀ ਨਾ ਪਹਿਲੇ, ਇਹ ਤੇ ਸਤਿਗੁਰੂ ਸਾਰੇ ਹੀ ਤੁਸਾਂ ਪੂਰਨ ਕਰ ਦਿੱਤੇ ਦਰਸ਼ਨ ਦੇ ਕੇ। ਕਰੇ ਉਧਾਰਨ ਜਾਹੇ ਨਾ ਗਨੇ, ਤੇ ਪਾਤਸ਼ਾਹ ਉਹਨਾਂ ਦਾ ਕਿੰਨੇ ਕਿਰਪਾ ਵਰਤਾਈ, ਉਧਾਰ ਕੀਤਾ, ਇਹ ਮੈਂ ਗਿਣਤੀ ਵਿੱਚ ਗਿਣ ਕੇ ਨਹੀਂ ਦੱਸ ਸਕਦਾ। ਜਸ ਕੋ ਕਰਤ ਰਹੀ ਚਿਰਕਾਲ, ਉਹ ਬੱਚੀ ਕਹਿਣ ਲੱਗੀ ਸਤਿਗੁਰੂ ਪਿਤਾ ਇਹ ਕੋਈ ਗਿਣ ਕੇ ਨਹੀਂ ਦੱਸੇ ਜਾ ਸਕਦੇ, ਤੁਸੀਂ ਆਪਣੇ ਦਾਸਾਂ ਦੇ ਕਿੰਨੇ ਮਨੋਰਥ ਪੂਰੇ ਕਰਦੇ ਜੇ, ਇਹ ਕੋਈ ਬਿਆਨ ਨਹੀਂ ਕਰਕੇ ਦੱਸਿਆ ਜਾ ਸਕਦਾ। ਜਸ ਕੋ ਕਰਤ ਭਈ ਚਿਰਕਾਲ। ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤਰੀ ਸਿੱਖ ਦੀ ਪੁੱਤਰੀ ਉਸਤਤ ਕਰਦੀ ਰਹੀ, ਚਿਰਕਾਲ ਲੰਮਾ ਸਮਾਂ ਉਸਤਤ ਵਿੱਚ ਜੁੜੀ ਰਹੀ। ਚਲੇ ਗੁਰੂ ਸੋ ਭਈ ਨਿਹਾਲ, ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਸ਼ਨ ਬਖਸ਼ ਕੇ ਨਿਹਾਲ ਕੀਤਾ, ਫਿਰ ਗੁਰੂ ਜੀ ਅੱਗੇ ਚੱਲ ਪਏ ਤੇ ਸਿੱਖ ਦੀ ਪੁੱਤਰੀ ਨੂੰ ਨਿਹਾਲ ਕਰਕੇ ਪਾਤਸ਼ਾਹ ਫਿਰ ਅੱਗੇ ਚੱਲ ਪਏ। ਚੰਚਲ ਚਾਰ ਤੁਰੰਗ ਚਲਾਵਤ, ਤੇ ਜਿਹੜਾ ਸੁੰਦਰ ਤੇ ਚੰਚਲ ਸਤਿਗੁਰਾਂ ਦਾ ਘੋੜਾ ਹੈ, ਪਾਤਸ਼ਾਹ ਉਹਨੂੰ ਚਲਾਉਂਦੇ ਨੇ, ਤੋਰਦੇ ਨੇ। ਦੇਖਤ ਮੁਖ ਨਰ ਨਾਰ ਲੁਭਾਵਤ, ਤੇ ਜਿੰਨੇ ਵੀ ਨਰ ਤੇ ਨਾਰੀਆਂ ਭਾਵ ਮਨੁੱਖ ਤੇ ਇਸਤਰੀਆਂ ਨੇ ਨਾ, ਸਾਧ ਸੰਗਤ ਆਗਰੇ ਦੀਆਂ, ਜਦੋਂ ਸਤਿਗੁਰੂ ਸਾਹਿਬ ਜੀ ਨੂੰ ਘੋੜੇ ਦੀ ਸਵਾਰੀ ਕਰਕੇ ਤੱਕਦੇ ਨੇ, ਦਰਸ਼ਨ ਕਰਦੇ ਨੇ, ਸਾਰੇ ਹੀ ਭਾਵ ਲੁਭਾਵਤ ਹੁੰਦੇ ਨੇ, ਸਤਿਗੁਰਾਂ ਦੇ ਦਰਸ਼ਨਾਂ ਤੋਂ ਸਦਕੇ ਜਾਂਦੇ ਹਨ। ਸ਼ਾਹ ਸੰਗ ਮਿਲ ਗਮਨੇ ਬਨ ਮੈਂ, ਫਿਰ ਇੱਧਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਦਸ਼ਾਹ ਦੇ ਨਾਲ ਚੱਲ ਕਰਕੇ ਜੰਗਲ ਵਿੱਚ ਮਿਲ ਗਏ ਨੇ। ਕਰਤ ਅਖੀਰਨ ਬਾਂਛਤ ਮਨ ਮੈਂ, ਤੇ ਬਾਦਸ਼ਾਹ ਦਾ ਮਨ ਸੀ ਸ਼ਿਕਾਰ ਖੇਡਣ ਦਾ, ਉਹ ਆਪਣੇ ਮਨ ਵਿੱਚ ਸ਼ਿਕਾਰ ਦੀ ਤਿਆਰੀ ਕਰੀ ਬੈਠਾ ਹੈ। ਸ਼ੂਕਰ ਸਸਾ ਕੁਰੰਗ ਹਰਾਏ, ਇੱਧਰ ਸਾਧ ਸੰਗਤ ਜਿੰਨੇ ਵੀ ਜਾਨਵਰਾਂ ਦਾ ਸ਼ਿਕਾਰ ਕਰਨਾ ਨਾ, ਉਹਨਾਂ ਨੂੰ ਭਜਾ ਕੇ ਹਰਾਇਆ ਜੀ। ਸਵਾਨ ਰੋ ਚੀਤੇ ਸ਼ੋਰ ਗਹਾਏ, ਤੇ ਹੋਰ ਜਿਹੜੇ ਚੀਤੇ ਸਨ, ਸ਼ਿਕਾਰੀ ਕੂਕਰ ਸਨ, ਭਾਵ ਉਹਨਾਂ ਨੂੰ ਵੀ ਸਾਧ ਸੰਗਤ ਜੀ ਇਹਨਾਂ ਜਾਨਵਰਾਂ ਨੂੰ ਇਹਨਾਂ ਨੇ ਪਕੜਿਆ, ਭਾਵ ਜਿਹੜੇ ਸ਼ਿਕਾਰੀ ਕੂਕਰ ਨੇ ਤੇ ਚੀਤੇ ਆਦਿਕ ਨੇ, ਉਹਨਾਂ ਨੇ ਕੂਕਰਾਂ ਨੂੰ ਇਹਨਾਂ ਨੇ ਸ਼ਿਕਾਰ ਵਾਲੇ ਜਾਨਵਰਾਂ ਨੂੰ ਪਕੜਿਆ ਜੀ। ਅਬਲਾਕਤ ਫਿਰ ਬਨ ਕੇ ਮਹੀਆ, ਤੇ ਫਿਰ ਬਨ ਵਾਸਤੇ ਜਿਹੜੀ ਜੰਗਲ ਵਿੱਚ ਪਹੁੰਚਣ ਦੀ ਅਬਲਾਖਾ ਸੀ ਵੀ ਹੋਰ ਅੱਗੇ ਜਾਈਏ, ਬਾਦਸ਼ਾਹ ਦੇ ਮਨ ਵਿੱਚ ਹਟੇ ਨਗਰ ਕੋ ਹਰਖ ਮਹੀਆ, ਤੇ ਜਿਹੜੀ ਅਬਲਾਖਾ ਸੀ ਪੂਰੀ ਹੋ ਗਈ। ਜਦੋਂ ਸ਼ਿਕਾਰ ਕੀਤਾ
ਤੇ ਸਾਧ ਸੰਗਤ ਬਨ ਵਿੱਚੋਂ ਹਟ ਕੇ ਤੇ ਨਗਰ ਵਾਲੇ ਭਾਵ ਆਗਰੇ ਵਾਲੇ ਪਾਸੇ ਨੂੰ ਆ ਤੁਰੇ ਨੇ। ਨਿਜ ਡੇਰੇ ਮਹਿ ਆਨ ਬਿਰਾਜੇ। ਤੇ ਸਤਿਗੁਰੂ ਪਾਤਸ਼ਾਹ ਤੇ ਬਾਦਸ਼ਾਹ ਫਿਰ ਆਪੋ ਆਪਣੇ ਅਸਥਾਨ ਤੇ ਆਣ ਕੇ ਬਿਰਾਜ ਗਏ, ਭਾਵ ਆਪਣੇ ਆਪਣੇ ਤੰਬੂ ਵਿੱਚ ਆਣ ਕੇ ਉਤਾਰਾ ਕਰ ਲਿਆ ਜੀ। ਢੀਲ ਦਰਾਜ ਪਰਲੰਭ ਭੁਜਾ ਜੇ। ਤੇ ਕਵੀ ਜੀ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਡੀਆਂ ਬਾਹਾਂ ਨੇ ਤੇ ਸਤਿਗੁਰੂ ਜੀ ਦਾ ਜਵਾਨ ਸਰੀਰ ਹੈ, ਕਿਉਂਕਿ ਜਦੋਂ ਅਸੀਂ ਇਤਿਹਾਸਕਾਰਾਂ ਦੀ ਲਿਖਤ ਪੜਾਂਗੇ ਤੇ ਦੁਨੀਆ ਵਿੱਚ ਸਭ ਤੋਂ ਸੋਹਣੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਵਾਨਿਆ ਗਿਆ ਹੈ। ਜਿਹੜੇ ਸੋਹਣੇ ਮਨੁੱਖਾਂ ਦੀ ਲਿਸਟ ਦਾਨਸ਼ਮੰਦਾਂ ਨੇ ਪੇਸ਼ ਕੀਤੀ ਹੈ ਨਾ, ਐਨੇ ਬੰਦੇ, ਕੁਝ ਇਤਿਹਾਸਕਾਰ ਤਾਂ 19 ਬੰਦਿਆਂ ਦਾ ਜ਼ਿਕਰ ਕਰਦੇ ਵੀ 19 ਮਨੁੱਖ ਸੋਹਣੇ ਆ, ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਹ ਸੋਹਣਿਆਂ ਦੇ ਸੁਲਤਾਨ ਨੇ। ਜੇ ਕੋਈ ਸੋਹਣਿਆਂ ਦਾ ਬਾਦਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਹੈ। ਜਦੋਂ ਤਖਤ ਉੱਤੇ ਬਿਰਾਜਮਾਨ ਹੋਏ ਤੇ ਢਾਡੀ ਸਿੰਘਾਂ ਨੇ ਵਾਰ ਕਹਿ ਕੇ ਆਖਿਆ ਸੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਵੀ ਬਚਨ ਕਿਹਾ ਸੀ, ਸੱਚਾ ਤਖਤ ਸੁਹਾਇਓ ਸ੍ਰੀ ਗੁਰੂ ਪਾਏ ਕੈ, ਸ਼ਬ ਬਰਨੀ ਨ ਜਾਏ ਕਹੋ ਕਿਆ ਗਾਏ ਕੈ, ਰਬ ਸਸ ਭੈ ਮਲੀਨ ਸੋ ਦਰਸ ਦਿਖਾਏ ਕੈ, ਸ੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਏ ਕੈ, ਮੀਰ ਨੱਥ ਮਲ ਓ ਅਬਦੁੱਲਾ ਜਸ ਕਹਿ ਬਨਾਏ ਕੈ। ਤੇ ਢਾਡੀ ਸਿੰਘਾਂ ਨੇ ਗਾ ਕੇ ਕੀ ਆਖਿਆ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ। ਤੇ ਢਾਡੀ ਸਿੰਘਾਂ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਪਵਿੱਤਰ ਦਸਤਾਰ ਤੇ ਕਲਗੀ ਜਿਗਾ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਤਖਤ ਉੱਤੇ ਸੁਭਾਏ ਮਾਣ ਵੇਖਿਆ ਤੇ ਆਖਿਆ, ਪੱਗ ਤੇਰੀ ਕੀ ਜਹਾਂਗੀਰ ਦੀ। ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਸ਼ਾਨ ਇੰਨੀ ਉੱਚੀ ਹੈ, ਬਾਦਸ਼ਾਹ ਕੀ ਹੈ, ਇੱਥੇ ਤਾਂ ਬਾਦਸ਼ਾਹ ਜਹਾਂਗੀਰ ਵਰਗੇ ਤੁਹਾਡੇ ਚਰਨਾਂ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ। ਤੁਹਾਡੀ ਸ਼ਾਨ ਸਭ ਤੋਂ ਉੱਚੀ ਹੈ, ਤੁਹਾਡੇ ਵਰਗਾ ਤੇ ਸੁਹੱਪਣ ਹੀ ਹੋਰ ਕਿਤੇ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਬਾਰੇ ਕਵੀ ਜੀ ਦੱਸਦੇ ਨੇ, ਉਹਨਾਂ ਦਾ ਕਿੰਨਾ ਵੱਡਾ ਸਰੀਰ, ਜਵਾਨ ਸਰੀਰ ਤੇ ਬੜੀ ਸ਼ਕਤੀਸ਼ਾਲੀ ਜਵਾਨ ਬਾਹਾਂ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਜਸ ਬਿਸਤਰ ਭਇਓ ਤਿਸ ਦੇਸ਼। ਇਸ ਦੇਸ਼ ਵਿੱਚ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਸ ਦਾ ਬਹੁਤ ਵੱਡਾ ਵਿਸਥਾਰ ਬਣਿਆ ਜੀ। ਦਿਨ ਪ੍ਰਤ ਸੰਗਤ ਆਏ ਵਿਸ਼ੇਸ਼। ਜਦੋਂ ਆਗਰੇ ਦੀ ਸੰਗਤ ਦਰਸ਼ਨ ਕਰਦੀ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਜਸ ਹੁੰਦਾ ਹੈ ਤੇ ਦਿਨ ਪ੍ਰਤੀ ਦਿਨ ਭਾਵ ਆਏ ਦਿਨ ਵਿਸ਼ੇਸ਼ ਕਰਕੇ ਸੰਗਤਾਂ ਗੁਰੂ ਦਰਬਾਰ ਵਿੱਚ ਸੱਜਦੀਆਂ ਨੇ। ਬਹੁਤ ਵੱਡੀ ਰੌਣਕ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਵਾਸਤੇ ਪਹੁੰਚਦੀ ਜੀ। ਦਾਸਨ ਕਰੇ ਕਾਮਨਾ ਪੂਰੀ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਦਾਸਾਂ ਦੀ ਕਾਮਨਾ ਇੱਛਾ ਪੂਰੀ ਕਰਦੇ ਹਨ। ਜਗ ਮੈਂ ਸੁਨ ਇਹ ਕੀਰਤ ਰੂਰੀ। ਤੇ ਜਗਤ ਵਿੱਚ ਜਿਹੜੇ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਸੁੰਦਰ ਕੀਰਤੀ ਸੁਣਦੇ ਹਨ, ਸੇਵਕ ਨਏ ਅਨੇਕ ਸੁਜਾਨੇ। ਤੇ ਕੀਰਤੀ ਸਰਵਣ ਕਰਕੇ ਤੇ ਨਵੇਂ ਸੇਵਕ ਭਾਵ ਇੱਕ ਦੂਜੇ ਤੋਂ ਸੁਣ ਕੇ ਤੇ ਨਵੇਂ ਸੇਵਕ ਅਨੇਕ ਨਵੇਂ ਸੇਵਕ ਸੁਜਾਣੇ ਭਾਵ ਬੜੀ ਉੱਚੀ ਸਮਝ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਆਵਤ ਦਰਸ਼ਨ ਕੋ ਸੁਖ ਮਾਨੇ। ਤੇ ਦਰਸ਼ਨਾਂ ਨੂੰ ਆਉਂਦੇ ਨੇ ਨਵੇਂ ਸੇਵਕ ਤੇ ਦਰਸ਼ਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਅੰਦਰ ਦਾ ਸੁਖ ਪ੍ਰਾਪਤ ਕਰਦੇ ਹਨ। ਲੈ ਗੁਰ ਤੇ ਪਗ ਪਾਹੁਲ ਕਨੇ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਚਰਨਾਮਤ ਉਸ ਵੇਲੇ
ਸੱਚੇ ਪਾਤਸ਼ਾਹ ਦੇ ਘਰ ਵਿੱਚ ਜੋ ਮਰਿਆਦਾ ਸੀ ਸਿੱਖ ਬਣਾਉਣ ਦੀ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੋਂ ਆਣ ਕੇ ਗੁਰੂ ਕੀ ਸਿੱਖਿਆ ਨੂੰ ਪ੍ਰਾਪਤ ਕਰਦੇ ਹਨ। ਉਪਦੇਸ਼ੈ ਦਾਸਨ ਹਿਤ ਸਨੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਦਾਸਾਂ ਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸੁਨ ਕਰ ਸੁਜਸ ਸੁਜਨ ਹਰ ਖਾਵਹਿ, ਇਹ ਸੁਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਪਾਸੋਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਸੁਜਸ ਜਾਂ ਗੁਰੂ ਕੀ ਵਡਿਆਈ ਤੇ ਸਾਧ ਸੰਗਤ ਜਿਹੜੇ ਸਿਆਣੇ ਸਿੱਖ ਨੇ ਉਹ ਬਹੁਤ ਪ੍ਰਸੰਨਤਾ ਦੇ ਘਰ ਵਿੱਚ ਪਹੁੰਚਦੇ ਨੇ। ਉਹਨਾਂ ਦੇ ਮਨ ਤੇ ਬਹੁਤ ਹੀ ਅਲੌਕਿਕ ਖੁਸ਼ੀ ਪ੍ਰਗਟ ਹੁੰਦੀ ਹੈ ਜੀ। ਨਿੰਦਕ ਚੰਦੋ ਆਦ ਦੁਖ ਪਾਵਹਿ, ਇੱਧਰ ਜਿਹੜੇ ਨਿੰਦਕ ਨੇ ਨਾ ਗੁਰੂ ਘਰ ਦੇ ਚੰਦੂ ਆਦਿਕ, ਉਹ ਗੁਰੂ ਜੀ ਦੀ ਸ਼ੋਭਾ ਸੁਣ ਕੇ ਉਹ ਦੁੱਖ ਵਿੱਚ ਪਹੁੰਚ ਜਾਂਦੇ ਆ। ਇੱਧਰ ਜਿਹੜੇ ਪਿਆਰ ਵਾਲੇ ਸਿੱਖ ਨੇ ਉਹ ਖੁਸ਼ ਹੁੰਦੇ ਨੇ, ਉਹਨਾਂ ਦੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ। ਤੇ ਜਿਹੜੇ ਦੁਸ਼ਟ ਨੇ ਚੰਦੂ ਵਰਗੇ ਉਹ ਭਾਈ ਬਹੁਤਾ ਦੁੱਖ ਪ੍ਰਾਪਤ ਕਰਦੇ ਨੇ। ਕਰਹਿ ਮੇਲ ਕੋ ਸ਼ਾਹ ਕਨੇਰੇ, ਤੇ ਚੰਦੂ ਸੋਚਦਾ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਹੁਣ ਬਾਦਸ਼ਾਹ ਦੇ ਨਾਲ ਬਹੁਤਾ ਮੇਲ ਹੋ ਗਿਆ, ਕਿਉਂਕਿ ਬਾਦਸ਼ਾਹ ਨੇ ਬਹੁਤਾ ਮੇਲ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਪਰਮਾਤਮਾ ਦੀ ਬੰਦਗੀ ਦੇ ਤਲ ਤੇ ਜੀਣ ਵਾਲੇ ਆ। ਬੰਦਗੀ ਵਾਲੇ ਦੇ ਮਨ ਵਿੱਚ ਕੋਈ ਬਾਦਸ਼ਾਹ ਨਾਲ ਜਾਂ ਕੋਈ ਹੋਰ ਉੱਚੇ ਨੀਵੇਂ ਦੀ ਗੱਲ ਨਹੀਂ। ਇਹ ਤੇ ਬਾਦਸ਼ਾਹ ਦੇ ਮਨ ਵਿੱਚ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਆਤਮਕ ਠੰਡ ਵਾਲੇ ਨੇ ਤੇ ਮੈਂ ਬਹੁਤਾ ਇਹਨਾਂ ਨਾਲ ਮੇਲ ਰੱਖਾਂ, ਕਿਉਂਕਿ ਕੁਝ ਬੰਦਿਆਂ ਨੇ ਮੇਰੇ ਅੰਦਰ ਗਲਤ ਖਿਆਲ ਪੈਦਾ ਕਰਕੇ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਤੋਂ ਦੂਰ ਕੀਤਾ। ਇਸ ਕਰਕੇ ਬਾਦਸ਼ਾਹ ਨੇ ਸਭ ਦੀ ਪਰਵਾਹ ਕੀਤੇ ਬਿਨਾ ਤੇ ਬਹੁਤ ਭਾਰੀ ਮੇਲ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਣਾਇਆ ਜੀ। ਕਬ ਹਕਾਰ ਕਹਿ ਆਵਤ ਡੇਰੇ, ਤੇ ਕਦੀ ਕਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਦਾ ਭੇਜ ਕੇ ਨਾ ਬਾਦਸ਼ਾਹ ਕਹਿੰਦਾ ਜੀ ਆਣ ਕੇ ਦਰਸ਼ਨ ਬਖਸ਼ ਦਿਓ, ਕੋਈ ਨਾਲੇ ਸਲਾਹ ਕਰ ਲਈਏ, ਕੋਈ ਗੁਰਮਤਾ ਕਰੀਏ ਤੇ ਨਾਲ ਤੁਸੀਂ ਪਹੁੰਚ ਜਾਓ। ਤੇ ਕਦੀ ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਤੰਬੂ ਵਿੱਚ ਬਾਦਸ਼ਾਹ ਆਪ ਵੀ ਪਹੁੰਚ ਜਾਂਦਾ ਵੀ ਹੁਣ ਮੈਂ ਚੱਲ ਕੇ ਆਪ ਦਰਸ਼ਨ ਕਰਾਂ। ਤੇ ਕਦੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਕੇ ਕਹਿੰਦਾ ਜੀ ਪਹੁੰਚ ਕੇ ਦਰਸ਼ਨ ਬਖਸ਼ੋ ਜੀ। ਦਰਬ ਅਕੋਰ ਬਸਤਰ ਬਹੁ ਮੋਲ, ਇੱਧਰ ਸਾਧ ਸੰਗਤ ਜਿਹੜੀਆਂ ਗੁਰੂ ਕੀਆਂ ਸੰਗਤਾਂ ਨੇ, ਜਦੋਂ ਆਗਰੇ ਦੀ ਸੰਗਤ ਨੂੰ ਪਤਾ ਲੱਗਾ ਤੇ ਬਹੁਤ ਸਾਰਾ ਧਨ ਪਦਾਰਥ, ਅਕੋਰ ਪਿਟਾਵਾਂ ਤੇ ਬਹੁਤੇ ਸੁੰਦਰ ਬਸਤਰ, ਬਹੁਤ ਮੁੱਲ ਦੇ ਬਸਤਰ ਜਿਹੜੇ ਨੇ ਤੇ ਬਹੁਤਾ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਅਰਪਣ ਕਰ ਲਈ, ਭੇਟਾ ਕਰ ਲਈ, ਸੰਗਤਾਂ ਲੈ ਕੇ ਪਹੁੰਚਦੀਆਂ ਜੀ। ਅਰਪੇ ਹੈ ਜੋ ਦੇਸ਼ਨ ਟੋਲੇ, ਤੇ ਜਿਹੜੇ ਘੋੜੇ ਨੇ ਨਾ ਬਹੁਤ ਸੁੰਦਰ ਘੋੜੇ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਸੰਗਤ ਲੈ ਕੇ ਪਹੁੰਚਦੀ ਹੈ। ਜੋ ਦੇਸ਼ਾਂ ਵਿੱਚੋਂ ਇੰਜ ਕਹਿ ਲੋ ਜਿਵੇਂ ਉਸ ਵਕਤ ਰਿਆਸਤਾਂ ਨੂੰ ਵੀ ਦੇਸ਼ ਬੋਲਦੇ ਸਨ, ਇਲਾਕਿਆਂ ਨੂੰ ਦੇਸ਼ ਸ਼ਬਦ ਨਾਲ ਸੰਬੋਧਨ ਕਰਦੇ ਸਨ। ਜੋ ਇਲਾਕਿਆਂ ਵਿੱਚੋਂ ਰਿਆਸਤਾਂ ਵਿੱਚੋਂ ਟੋਲ ਕੇ ਲੱਭ ਕੇ ਅਸਲੀ ਘੋੜੇ, ਤੇਜ ਦੜਾਗ ਘੋੜੇ ਤੇ ਬੜੀ ਫੱਬ ਵਾਲੇ ਘੋੜੇ, ਉਹ ਗੁਰਸਿੱਖ ਲਿਆ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਾਈ ਸੰਗਤਾਂ ਅਰਪਣ ਕਰਦੀਆਂ ਨੇ। ਇਸ ਬਿਦ ਕੇਤਕ ਦਿਵਸ ਬਿਤਾਏ, ਇਸ ਤਰੀਕੇ ਨਾਲ ਆਗਰੇ ਦੀ ਧਰਤੀ ਤੇ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਈ ਦਿਨ ਬਤੀਤ ਕੀਤੇ, ਕਿਉਂਕਿ ਪਾਤਸ਼ਾਹ ਜਿੱਥੇ ਵੀ ਚਰਨ ਪਾਉਂਦੇ ਆ ਨਾ ਉੱਥੇ ਹੀ ਉਹਨਾਂ ਦੀ ਪਵਿੱਤਰ ਯਾਦ ਵਿੱਚ ਸਾਧ ਸੰਗਤ ਧਰਮ ਸਥਾਨ ਕਾਇਮ ਹੋ ਜਾਣੇ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਯਾਦ ਵਿੱਚ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਆਮਦ ਉੱਤੇ ਅੱਜ ਵੀ ਆਪਾਂ ਆਗਰੇ ਦੀ ਧਰਤੀ ਤੇ ਪਵਿੱਤਰ ਸਥਾਨ ਬਣੇ ਦੇਖਦੇ ਹਾਂ।
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਜੀ ਨੇ ਇਸ ਤਰੀਕੇ ਨਾਲ ਕਈ ਦਿਨ ਸਾਧ ਸੰਗਤ ਆਗਰੇ ਦੀ ਧਰਤੀ ਤੇ ਬਤੀਤ ਕਰਕੇ ਪਰ ਉਪਕਾਰ ਦੇ ਕਾਰਜ ਕੀਤੇ। ਕਿਉਂਕਿ ਸਭ ਤੋਂ ਵੱਡਾ ਕਾਰਜ ਇਹ ਹੈ, ਜਿਹੜਾ ਘਾਈ ਸੰਤੋਖ ਜਿਸ ਨੂੰ ਗੁਰੂ ਜੀ ਨੇ ਬਖਸ਼ਿਆ, 1 ਟਕੇ ਉਹਨੇ ਭੇਟਾ ਰੱਖੀ, ਗੱਲ ਪਿੱਛੇ ਸਿਦਕ ਸਿੱਖ ਦੇ ਸਿਦਕ ਦੀ ਸੀ, ਲੋਕ ਪਰਲੋਕ ਦਾ ਸੁਖ ਬਖਸ਼ਿਆ। ਜੇ ਸਿੱਖ ਦੀ ਪੁੱਤਰੀ ਯਾਦ ਕਰਦੀ ਆਗਰੇ ਵਿੱਚ ਚੱਲ ਕੇ ਦਰਸ਼ਨ ਦਿੱਤੇ ਤੇ ਸਾਧ ਸੰਗਤ ਸੰਗਤਾਂ ਵਿੱਚ ਕਿੰਨੀ ਵੱਡੀ ਮਹਿਮਾ, ਬਹੁਤ ਜਾਨੀ ਮੁੱਲ ਦੇ ਧਨ ਵਾਹਿਗੁਰੂ ਬਸਤਰ ਪਿਟਾਵਾਂ ਤੇ ਧਨ ਆਦਿਕ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਤੇ ਘੋੜੇ ਦੇਸ਼ਾਂ ਵਿੱਚੋਂ ਇਲਾਕਿਆਂ ਵਿੱਚੋਂ ਲੱਭ ਕੇ ਸਿੱਖ ਭੇਟਾ ਕਰਦੇ ਆ। ਇਸ ਤਰੀਕੇ ਨਾਲ ਜਦੋਂ ਕੁਝ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਗਰੇ ਵਿੱਚ ਬਤੀਤ ਕੀਤੇ ਜੀ। ਨਗਰ ਆਗਰੇ ਥਿਰ ਸੁਖ ਪਾਏ, ਤੇ ਆਗਰੇ ਨਗਰ ਵਿੱਚ ਟਿਕ ਕਰਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਖ ਵੀ ਪ੍ਰਾਪਤ ਕੀਤਾ। ਕਿਉਂਕਿ ਸਤਿਗੁਰੂ ਵਾਸਤੇ ਸਭ ਤੋਂ ਵੱਡਾ ਸੁਖ ਤੇ ਨਾਮ ਵਿੱਚ ਹੈ। ਅੱਗੇ ਨਾਮ ਦਾ ਸੁਖ ਹੀ ਗੁਰੂ ਜੀ ਨੇ ਵਰਤਾਇਆ ਹੈ ਤੇ ਬਾਦਸ਼ਾਹ ਵੀ ਤੇ ਬਾਕੀ ਗੁਰਸਿੱਖ ਦਰਸ਼ਨ ਕਰਨ ਵਾਲੇ ਵੀ ਆਤਮਿਕ ਸੁਖ ਦੇ ਉਹ ਚਾਹਵਾਨ ਬਣ ਗਏ। ਉਹ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਵਿੱਚ ਪਹੁੰਚ ਕੇ ਨਾਮ ਦੀ ਪ੍ਰਾਪਤੀ ਨਾਲ ਮਾਲਾ ਮਾਲ ਹੋਏ। ਨਿਹਾਲ 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 ਵਾਲੀ ਬਖਸ਼ਿਸ਼ ਉਹਨਾਂ ਤੇ ਵਰਤੀ ਹੈ। ਕਿਉਂਕਿ ਸਤਿਗੁਰੂ ਦਾ ਸੁਭਾਅ ਹੀ ਪਰ ਉਪਕਾਰ ਦਾ ਹੈ। ਭਾਈ ਗੁਰਦਾਸ ਜੀ ਦੇ ਬਚਨ ਹੈ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਤੋ ਇਹ ਪ੍ਰਕਰਨ ਸੀ ਸਤਿਗੁਰੂ ਸਾਹਿਬ ਜੀ ਦਾ, ਜੋ ਗੁਰ ਇਤਿਹਾਸ ਦਾ ਅੱਜ ਦਾ ਵਿਸ਼ਾ ਸੀ, ਆਪ ਜੀ ਨਾਲ ਸਾਂਝਾ ਕੀਤਾ। ਤੋ ਬੇਨਤੀ ਹੈ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਜੋ ਪ੍ਰਕਾਸ਼ ਦਿਹਾੜਾ 30 ਅਕਤੂਬਰ 14 ਕੱਤਕ ਵਾਲੇ ਦਿਨ ਆਪਾਂ ਮਨਾ ਰਹੇ ਹਾਂ। ਸਾਧ ਸੰਗਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਸਮਾਗਮ ਹਰ ਬੁੱਧਵਾਰ ਐਤਵਾਰ, ਇਸੇ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜਾਬ ਬਾਕੀ ਸਟੇਟਾਂ ਵਿੱਚ ਵੀ ਅੰਮ੍ਰਿਤ ਸੰਚਾਰ ਦੇ ਪ੍ਰਵਾਹ ਚੱਲਦੇ ਨੇ। ਸ਼੍ਰੀਮਾਨ ਸੰਤ ਕਰਤਾਰ ਸਿੰਘ ਖਾਲਸਾ ਜੀ ਦੀ ਯਾਦ ਵਿੱਚ ਵੀ ਧਰਮ ਪ੍ਰਚਾਰ ਵੱਲੋਂ 21 ਅਕਤੂਬਰ ਨੂੰ ਮਹਾਨ ਅੰਮ੍ਰਿਤ ਸੰਚਾਰ ਨਗਰ ਭੂਰਾ ਕੋਨਾ ਵਿਖੇ ਸਾਲਾਨਾ ਜੋੜ ਮੇਲਾ ਤੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਧਰਮ ਪ੍ਰਚਾਰ ਵੱਲੋਂ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ। ਵੱਧ ਤੋਂ ਵੱਧ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣੀਏ ਜੀ। ਸੰਗਤ ਦਾ ਸਾਧ ਸੰਗਤ ਧੰਨ ਗੁਰੂ ਰਾਮਦਾਸ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਨਯੋਗ ਸਿੰਘ ਸਾਹਿਬ ਜੀਆਂ ਦਾ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮਾਨਯੋਗ ਸਿੰਘ ਸਾਹਿਬ, ਗਿਆਨੀ ਰਘਬੀਰ ਸਿੰਘ ਸਾਹਿਬ ਜੀ, ਸਮੁੱਚੇ ਪ੍ਰਬੰਧ ਦਾ ਦਾਸ ਧੰਨਵਾਦ ਕਰਦਾ ਹੋਇਆ ਅਖੀਰਲੀਆਂ ਤੁਕਾਂ ਦਾ ਪਾਠ ਕਰਕੇ ਅੱਜ ਦੇ ਕਥਨ ਦੀ ਸੰਪੂਰਨਤਾਈ ਹੈ ਜੀ। ਦਰਬ ਅਕੋਰ ਬਸਤਰ ਬਹੁ ਮੋਲ, ਅਰਪੇ ਹੈ ਜੋ ਦੇਸ਼ਨ ਟੋਲੇ, ਇਸ ਬਿਦ ਕੀਤਕ ਦਿਵਸ ਬਿਤਾਏ, ਨਗਰ ਆਗਰੇ।